वाहिगुरु जी की फतेह। हाँ जी वाहिगुरु, आवाज आ रही है जी? वाहिगुरु जी का खालसा वाहिगुरु जी की फतेह। हाँ जी गुरमुख प्यारियो, आवाज आ रही तुहाडी क्लीयर? हाँ जी, करो विचार वाहिगुरु। क्वेश्चन आंसर। हाँ जी, जो विचार आप जी ने कल साझे करे थे उतना तो विचार करने शुरू करें जो क्वेश्चन आप जी ने बताए थे। हाँ जी, वाहिगुरु जी का खालसा वाहिगुरु जी की फतेह। हाँ जी गुरमुख प्यारिਓ, ਜੋ ਅਸੀਂ ਵਿਚਾਰ ਕੱਲ ਕੀਤੀ ਸੀਗੀ ਆਪਾਂ ਉੱਥੋਂ ਹੀ ਸਟਾਰਟ ਕਰ ਲੈਂਦੇ ਆ ਤੇ ਫਿਰ ਜਿਵੇਂ ਜਿਵੇਂ ਗੁਰਮੁਖਾਂ ਦੇ ਅੱਗੇ ਤੋਂ ਅੱਗੇ ਕੁਐਸਚਨ ਹੁੰਦੇ ਜਾਣਗੇ ਤੇ ਫਿਰ ਉਹ ਕਰਦੇ ਜਾਣਗੇ। ਹਾਂਜੀ, ਜਗਜੀਤ ਕੌਰ ਜੀ ਨੇ ਅਨਮਿਊਟ ਕੀਤੀ ਆ ਕਾਲ। ਪਹਿਲਾਂ ਇਹਨਾਂ ਦੇ ਕੋਈ ਕੁਐਸਚਨ ਹੋਣ ਤਾਂ ਆਪਾਂ ਪਹਿਲਾਂ ਇਹਨਾਂ ਨਾਲ ਵਿਚਾਰ ਕਰ ਲੈਂਦੇ, ਫਿਰ ਨਾਲ ਨਾਲ ਆਪਾਂ ਉਹ ਵਾਲੇ ਕੁਐਸਚਨ ਰਿਪੀਟ ਕਰ ਲਾਂਗੇ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜਗਜੀਤ ਕੌਰ ਜੀ, ਤੁਹਾਡੀ ਕਾਲ ਅਨਮਿਊਟ ਨਹੀਂ, ਉਹਨਾਂ ਦਾ ਕੱਟ ਗਿਆ। ਵਾਹਿਗੁਰੂ ਜੀ, ਆਪਾਂ ਕੱਲ ਵਾਲੇ ਕੁਐਸਚਨਸ ਤੋਂ ਹੀ ਸਟਾਰਟ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी वाहिगुरु, संगत दे वालों क्वेश्चन था कि अमृत चखना क्यों जरूरी है। ਤੇ ਗੁਰਮੁਖੋ ਆਪਾਂ ਨੂੰ ਗੁਰਬਾਣੀ ਗੁਰੂ ਦੇ ਰਾਹੀਂ ਕੁਐਸਚਨ ਨੂੰ ਗੁਰਬਾਣੀ ਗੁਰੂ ਦੀ ਮੋਹਰ ਲਾਉਂਦੇ ਹੋਏ ਆਪਾਂ ਇਹ ਵਿਚਾਰ ਨੂੰ ਆਪਾਂ ਸਾਰਿਆਂ ਦੇ ਵਿੱਚ ਹੀ ਸਾਂਝੀ ਕਰਨਾ ਹੈ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਪ੍ਰਥਾ ਚਲਾਈ, ਜੋ ਇੱਕ ਪਹਲ ਪੰਜ ਪਿਆਰਿਆਂ ਨੂੰ ਚਖਾਈ ਥੀ, ਉਸ ਤੋਂ ਬਾਅਦ ਆਪਾਂ ਨੇ ਉਹਨਾਂ ਨੇ ਖੁਦ ਨੇ ਵੀ ਉਹ ਅੰਮ੍ਰਿਤ ਦੀ ਦਾਤ ਪੰਜ ਪਿਆਰਿਆਂ ਤੋਂ ਲਈ। ਉਸ खेल की था ਆਪਾਂ ਦ੍ਰਿਸ਼ਟਮਾਨ ਵਾਹਿਗੁਰੂ ਆਪਣੀ ਵਿਚਾਰ ਨੂੰ, ਜੋ ਨਵੀਂ ਸੰਗਤ ਹੈ ਉਹ ਵੀ ਤੇ ਜੋ ਪਹਿਲੇ ਤੇ ਗੁਰਮੁਖ ਜੁੜੇ ਹੋਏ ਹੈ ਸਾਰਿਆਂ ਨੇ ਹੀ ਬਹੁਤ ਧਿਆਨ ਨਾਲ ਕੋਸ਼ਿਸ਼ ਕਰਨੀ ਹੈ ਗੁਰਬਾਣੀ ਗੁਰੂ ਦੇ ਰਾਹੀਂ ਸਮਝਣੇ ਦੀ। ਵਾਹਿਗੁਰੂ ਸਾਰਿਆਂ ਨੇ ਗੁਰਮੁਖੋ, ਜੋ ਗੁਰੂ ਗ੍ਰੰਥ ਸਾਹਿਬ महाराज जी ਸਾਨੂੰ ਗਿਆਨ ਦੇ ਰਹੇ ਹੈ वो दृष्टमान ਦਾ ਗਿਆਨ नहीं दे रहे, वो ज्ञान देने हैं सुखम ਦਾ। ਜੋ ਅੰਮ੍ਰਿਤ ਦੀ ਦਾਤ ਚਖਾਈ ਜਾਂਦੀ ਹੈ, ਪਹਲ ਪਲਾਈ ਜਾਂਦੀ ਹੈ, ਉਹ ਇੱਕ ਪੌਦਾ ਦਿਆ ਜਾਂਦਾ ਹੈ ਮਨ ਨੂੰ, ਉਸ ਮਨ ਬੱਚੇ ਨੂੰ ਜੋ ਖਾਲਸਾ ਹੋ ਜਾਂਦਾ ਹੈ। ਹੁਣ ਕਈ ਗੁਰਮੁਖਾਂ ਦਾ ਜਾਂ ਇੱਕ ਵਿਚਾਰ ਵੀ ਬਣ ਜਾਂਦਾ ਹੈ ਕਿ ਜੀ ਕਈ ਗੁਰਮੁਖਾਂ ਨੂੰ ਅੰਮ੍ਰਿਤ ਦੀ ਦਾਤ ਸੰਸਾਰਿਕ ਰੂਪ ਤੇ ਲੈਣ ਤੇ ਪਹਿਲੇ ਹੀ ਅੰਮ੍ਰਿਤ ਦੀ ਦਾਤ ਮੁਖ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੇ ਵੱਲੋਂ ਆ ਜਾਂਦੀ ਹੈ ਤੇ ਕੀ ਉਹਨਾਂ ਨੂੰ ਵੀ ਅੰਮ੍ਰਿਤ ਚੱਖਣਾ ਜ਼ਰੂਰੀ ਹੈ। ਤੇ ਆਪਾਂ ਇਸ ਵਿਚਾਰ ਨੂੰ ਵਾਹਿਗੁਰੂ ਖੋਲਦੇ ਆ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਅੰਮ੍ਰਿਤ ਦੀ ਦਾਤ ਪੰਜ ਪਿਆਰਿਆਂ ਨੂੰ ਚਖਾਈ ਥੀ, वो उन पंज प्यारियां ਨੂੰ ਚਖਾਈ थी जो मन बच्चे गुरमुखो ਇਹਨੂੰ ਸਹਿਜ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਜੋ ਸਾਡਾ ਮਨ ਹੈ ਉਹ ਤਿੰਨ ਅਵਸਥਾਵਾਂ ਦੇ ਵਿੱਚ ਖੇਲਦਾ ਹੈ ਵਾਹਿਗੁਰੂ। ਪਹਿਲੀ ਅਵਸਥਾ ਹੈ ਦ੍ਰਿਸ਼ਟਮਾਨ ਆਕਾਰ, ਜਿਹਦੇ ਆਪਾਂ ਅੱਜ ਪਹਿਚਾਨ ਬਣੇ ਹੋਏ ਹੈ, ਨਾਮ ਦਿਆ ਹੋਇਆ ਹੈ ਸੰਸਾਰ ਦੇ ਵਿੱਚ। ਸੈਕਿੰਡ ਨੰਬਰ ਵਾਹਿਗੁਰੂ ਜਿਹਨੂੰ ਆਪਾਂ ਸਪਨਾ ਬੋਲਦੇ ਹੈ, ਉਹਦੇ ਵਿੱਚ ਜੋ ਸਾਡਾ ਮਨ ਦੇ ਦ੍ਰਿਸ਼ਟਮਾਨ ਬੋਡੀ ਦੇ ਵਿੱਚ ਤੇ ਇੱਕ ਸੂਖਮ ਆਕਾਰ ਨਿਕਲ ਕੇ ਜਾਂਦਾ, ਇਹਦੇ ਹੀ ਜੈਸਾ ਸੇਮ। ਥਰਡ ਨੰਬਰ ਤੇ ਵਾਹਿਗੁਰੂ ਜਿਸ ਤਰੀਕੇ ਤੇ ਆਪਾਂ ਅਕਾਲ ਪੁਰਖ ਪ੍ਰਮਾਤਮਾ ਦੇ ਘਰ ਤੇ ਆਏ, ਆਪਾਂ ਅਕਾਲ ਪੁਰਖ ਪ੍ਰਮਾਤਮਾ ਦੇ ਘਰ ਤੇ ਆਕਾਰ ਦੇ ਵਿੱਚ ਨਹੀਂ ਆਏ, ਕਿਉਂਕਿ ਅਕਾਲ ਪੁਰਖ ਪ੍ਰਮਾਤਮਾ ਆਪ ਨਿਰਾਕਾਰ ਹੈ ਤੇ ਉਹਦਾ ਮਨ ਜੋ ਮਨ ਬੱਚਾ ਹੈ ਉਹ ਵੀ ਨਿਰਾਕਾਰ ਹੈ, वो नाम रूप है। जो साढ़े असली मन का स्वरूप है, असी नाम रूप है, असी आपा खुद। यह क्वेश्चन गुरुमुखा ने करा है ते जो नवी संगत है शायद जिन्हां तो नाम की कृपा हो गई, उन्होंने अकाल पुरख परमात्मा आप इन्हू समझाएंगे कि सब ते पहला स्टेप की साड़ा दृष्टमान शरीर, सेकंड नंबर साड़ा सुखम, थर्ड नंबर
वो स्वरूप साड़ा जिस स्वरूप ਦੇ ਵਿੱਚ ਅਸੀਂ ਅਕਾਲ ਪੁਰਖ ਪ੍ਰਮਾਤਮਾ ਦੇ ਵੱਲੋਂ ਅਸ ਦੁਨੀਆ ਦੇ ਵਿੱਚ ਖੇਲਣ ਦੇ ਲਈ ਭੇਜੇ ਗਏ ਥੇ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨੂੰ ਪੰਜ ਪਿਆਰਿਆਂ ਨੂੰ ਸਭ ਤੋਂ ਪਹਿਲਾਂ ਬੋਡੀ ਤੋਂ ਵੱਖ ਕੀਤਾ, ਫਿਰ ਜੋ ਅੰਦਰ ਸੂਖਮ ਆਕਾਰ ਹੈ ਉਹ ਤੋਂ ਵੱਖ ਕੀਤਾ। ਜੋ ਸੁਰਤੀਆਂ ਦ੍ਰਿਸ਼ਟਮਾਨ ਆਕਾਰ ਨੂੰ ਛੁੱਟ ਕੇ ਪਲੱਸ ਸੂਖਮ ਆਕਾਰ ਨੂੰ ਛੁੱਟ ਕੇ ਥਰਡ ਨੰਬਰ ਨਾਮ ਰੂਪ ਹੋ ਕੇ ਸ਼ਬਦ ਤੇ ਸੁਰਤ ਦਾ ਜਦ ਮੇਲ ਹੁੰਦਾ ਹੈ, ਸੁਰਤ ਨਾਮ ਦੇ ਵਿੱਚ ਸਮਾ ਜਾਂਦੀ ਹੈ, ਉਹਦਾ ਹੀ ਰੂਪ ਹੋ ਜਾਂਦੀ ਹੈ। ਉਹ ਨਾਮ ਅਕਾਲ ਪੁਰਖ ਪ੍ਰਮਾਤਮਾ ਦੇ ਘਰ ਜਾ ਕੇ ਪੰਜ ਸ਼ਬਦਾਂ ਦੇ ਵਿੱਚ ਚੇਂਜ ਹੋ ਜਾਂਦਾ ਹੈ, ਜਿਹਨੂੰ ਗੁਰਬਾਣੀ ਗੁਰੂ ਦੇ ਵਿੱਚ ਸੋਝੀ ਦੀ ਗਈ ਹੈ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੈ ਭਾਵੇਂ ਦਰਗਹਿ ਮਾਨ, ਪੰਚੈ ਸੋਹੇ ਦਰਰਾ ਜਾਨ, ਪੰਚਾ ਕਾ ਗੁਰ ਏਕ ਧਿਆਨ। ਇਹ ਪੁਆਇੰਟ ਨੂੰ ਥੋੜੇ ਧਿਆਨ ਨਾਲ ਸਮਝਣਾ ਹੈ। ਜੋ ਮਨ ਸੁਰਤ ਰੂਪ ਹੋ ਕੇ ਸ਼ਬਦ ਦੇ ਵਿੱਚ ਸਮਾ ਗਿਆ, ਸ਼ਬਦ ਤੋਂ ਬਾਅਦ ਸ਼ਬਦ ਦੇ ਵਿੱਚ ਸਮਾਨ ਤੋਂ ਬਾਅਦ ਨਾਮ ਦੇ ਵਿੱਚ ਸਮਾਨ ਤੋਂ ਬਾਅਦ ਅਕਾਲ ਪੁਰਖ ਪ੍ਰਮਾਤਮਾ ਦੇ ਘਰ ਜਾ ਕੇ ਸਨਮੁਖ ਹੋਇਆ। ਠੀਕ ਹੈ, ਜਬ ਅਕਾਲ ਪੁਰਖ ਪ੍ਰਮਾਤਮਾ ਦੇ ਘਰ ਜਾ ਕੇ ਉਹ ਸਨਮੁਖ ਹੋਇਆ ਤੇ ਉੱਥੇ ਅਨਹਦ ਬਾਣੀ, ਆਕਾਸ਼ ਬਾਣੀ ਉਹ ਪ੍ਰਕਟ ਹੋਈ, ਜਿਹਨੂੰ ਪੰਜ ਸ਼ਬਦਾਂ ਦੀ ਪ੍ਰਧਾਨਗੀ ਦੀ ਗਈ ਹੈ। या जो नाम, जो सहजदुन है, जो नाम है, जो अनहद वाणी है, जो तूर है, जो नाद है, यह है एक ही चीज, लेकिन मंदी अवस्थावां दे साथ साथ यह अवस्था चेंज हो रही है। ते जद मन सुरत रूप हो गए शब्द ते सुरत दा मेल होया, जब मन अकाल पुरख परमात्मा जी दे सन्मुख होया ते पंज शब्द बजे। बाजै पंच शब्द तित घर सवागै, घर सवागै शब्द बाजै, कल अजित घर धारिया, पंच दूत तुद वस कीते, काल कंठक मारिया। उत्थे जाके काल तो फतेह हासिल हो गई, उत्थे जाके मन खालसे दी पदवी तो बह गया। ਉਸ ਤੋਂ ਬਾਅਦ ਜਦ ਮਨ ਉਨ ਪੰਜ ਸ਼ਬਦਾਂ ਦੇ ਵਿੱਚ ਸਮਾ ਗਿਆ, ਅਕਾਲ ਪੁਰਖ ਪਰਮਾਤਮਾ ਦੇ ਸਮਾ ਗਿਆ, ਅਕਾਲ ਪੁਰਖ ਪਰਮਾਤਮਾ ਨੂੰ ਦੇਖ ਕੇ, ਤੇ ਉੱਥੇ ਉਹ ਪੰਜ ਸ਼ਬਦਾਂ ਨੇ ਇੱਕ ਦਾ ਰੂਪ ਧਾਰਨ ਕਰ ਲਿਆ, ਇੱਕ ਸਾਜ, ਇੱਕ ਧੁਨ ਬਣ ਗਈ, ਜਿਹਨੂੰ ਗੁਰਬਾਣੀ ਗੁਰੂ ਦੇ ਵਿੱਚ ਬੋਲਾ ਪੰਚਾ ਕਾ ਗੁਰ, ਕਹਿੰਦੇ ਪੰਜਾਂ ਸ਼ਬਦਾਂ ਤੋਂ ਇੱਕ ਆਵਾਜ਼ ਬਣੀ, ਜਿਹਨੂੰ ਨਾਦ ਬੋਲਾ ਗਿਆ। ਮਨ ਨਾਦ ਰੂਪ ਹੋ ਗਿਆ। जब मन नाद रूप हो गया तो फिर उन्होंने अकाल पुरख परमात्मा दे वल्लों किस चीज की पदवी दी गई? पंचा का गुर, गुरु दी पदवी दे दी उस मन में। तो अकाल पुरख परमात्मा दे घर, हाँ जी, जो अकाल पुरख परमात्मा दे घर शब्द सुरत दा मेल होके नाम दे विच समा के पंज शब्द प्रकट होके, उस तो बाद पंज शब्दां दे विच भी पंज शब्दां तो एक आवाज बनी, वो ना अनहद बाणी तो नाद प्रकट होया। गुरबाणी गुरु दे विच आपां सारे पढ़ सकते हैं, आल वर्ल्ड दे ਲਈ है वाहिगुरु आ। गुरबाणी गुरु दी विच आपां पढ़ सकते हैं, गुरबाणी गुरु दे विच आपां नु क्लियर दसा गया है। अनहद बाणी तो बाद नाद प्रकट होया, जब नाद प्रकट होया तो उस टाइम मन की अवस्था गुरु रूप हो गई। वो मन बच्चे जो नाद रूप हो गए, अकाल पुरख परमात्मा दे घर जाके अकाल पुरख परमात्मा दे सन्मुख हो गए, अनहद बाणी दे विच समा के उन पंज शब्दां दे विच समा के नाद रूप हो गए ते पंचा का गुर एक ध्यान, उन्हां नूं गुर दी पदवी दी गई अकाल पुरख परमात्मा दे वल्लों। हुण जब तक उन्हां दीयां स्वासां खत्म नहीं होणीਆਂ, ਆਪਾਂ दृष्टमान बॉडी तो जुड़ जाने जी। ਇਹ पंज प्यारां तो क्यों जुड़ना है? वाहिगुरु ਉਹ ਪੰਜ ਜੋ ਸ਼ਬਦ ਵਜ ਰਹੇ ਹਨ, उन पंज शब्दां ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦ੍ਰਿਸ਼ਟਮਾਨ ਰੂਪ ਦੇ ਵਿੱਚ, ਪੰਜ ਸੁਰਤਾ ਦੇ ਰੂਪ ਦੇ ਵਿੱਚ, ਦ੍ਰਿਸ਼ਟਮਾਨ ਰੂਪ ਦੇ ਵਿੱਚ ਖੇਲ ਵਰਤਾਈ, ਦੁਨੀਆ ਨੂੰ ਸੋਝੀ ਦੇਣ ਦੇ। ਉਹ ਪੰਜ ਸੁਰਤਾ, ਉਹ ਪੰਜ ਮਨ ਬੱਚੇ ਜੋ ਅਕਾਲ ਪੁਰਖ ਪਰਮਾਤਮਾ ਦੇ ਘਰ ਪ੍ਰਧਾਨਗੀ ਪ੍ਰਾਪਤ ਕਰ ਚੁੱਕੇ, ਖਾਲਸੇ ਦੀ ਪਦਵੀ ਤੋਂ ਜਾ ਕੇ ਬਹਿ ਗਏ, ਉਹਨੂੰ ਪੰਜਾਂ ਦਾ ਇੱਕ ਰੂਪ ਬਣਾ,
ਜਿਵੇਂ ਕਿ ਆਪਾਂ ਨੂੰ ਸੋਝੀ ਦੀ ਜਾਂਦੀ ਹੈ ਦ੍ਰਿਸ਼ਟਮਾਨ ਦੇ ਵਿੱਚ ਕਿ ਜਿਸ ਟਾਈਮ ਸਾਨੂੰ ਅੰਮ੍ਰਿਤ ਚਖਾਇਆ ਜਾਂਦਾ ਹੈ ਉਸ ਟਾਈਮ ਜੋ ਪੰਜ ਪਿਆਰੇ ਹੁੰਦੇ हैं वो गुरु ਦੀ ਪਦਵੀ ਤੇ ਹੁੰਦੇ हैं। क्यों? गुरबाणी गुरु तो मैच कर सकते हैं। पंचा का गुर एक ध्यान, लेकिन पंजा का गुर एक ध्यान है कद? जद वो पंजा सुरता अकाल पुरख परमात्मा ਦੇ घर जाके प्रवान हो गईयां, प्रधानगी प्राप्त हो गई ਉਹਨਾਂ ਨੂੰ, फिर वो गुरु ਦੀ ਪਦਵੀ ਤੋਂ ਜਾ ਕੇ ਬਈਆਂ। ਉਹ ਦ੍ਰਿਸ਼ਟਮਾਨ ਆਕਾਰ ਨਹੀਂ ਦੇਖਣਾ ਹੁੰਦਾ। ਜਿਵੇਂ ਸੰਸਾਰ ਦੇ ਵਿੱਚ ਅੰਮ੍ਰਿਤ ਚਖਾਇਆ ਜਾਂਦਾ ਅਸੀਂ ਉਹਦੀ ਗੱਲ ਨਹੀਂ ਕਰਦੇ। ਜੋ ਗੁਰਬਾਣੀ ਗੁਰੂ ਦੇ ਰਾਹੀਂ ਪ੍ਰੈਕਟੀਕਲੀ ਜੀਵਨ ਦੀ ਜਾਂਚ ਨੂੰ ਸਿੱਖਦੇ ਹੋਇਆ ਅਕਾਲ ਪੁਰਖ ਪਰਮਾਤਮਾ ਦੇ ਘਰ ਪ੍ਰਵਾਨ ਹੋ ਗਏ, ਪ੍ਰਧਾਨਗੀ ਮਿਲ ਗਈ। ਮਨ ਬੱਚਾ ਨੂੰ ਦ੍ਰਿਸ਼ਟਮਾਨ ਆਕਾਰ ਦੀ ਆਪਾਂ ਬਾਤ ਨਹੀਂ ਕਰਦੇ, ਸੁਰਤ ਦੀ ਬਾਤ ਕਰਨੇ ਵਾਹਿਗੁਰੂ। ਤੇ ਦ੍ਰਿਸ਼ਟਮਾਨ ਆਕਾਰ ਨੂੰ ਆਪਾਂ ਨੇ ਦੇਖਣਾ ਨਹੀਂ ਹੁੰਦਾ। ਉਹ ਫਿਰ ਉਹਨਾਂ ਨੂੰ ਅੱਗੇ ਜਦ ਖਾਲਸੇ ਦੀ ਫੌਜ ਦੇ ਵਿੱਚ ਭਰਤੀ ਹੋ ਗਏ ਮਾਲਿਕ ਦੇ ਘਰ। ਖਾਲਸਾ ਕੌਣ ਹੈ? ਵਾਹਿਗੁਰੂ। वो मन बच्चे खालसे हैं जो मालिक ਦੇ ਘਰ ਪ੍ਰਵਾਨ ਹੋ ਗਏ। ਦ੍ਰਿਸ਼ਟਮਾਨ ਆਕਾਰ ਤੋਂ ਆਪਾਂ ਨੇ ਨਹੀਂ ਜੁੜਨਾ। ਉਹ ਇੱਕ ਪੁਤਲਾ ਹੁੰਦਾ ਹੈ, ਉਤੇ ਆਪਾਂ ਨੇ ਕੋਈ ਵਿਚਾਰ ਨਹੀਂ ਲੈਣਾ ਹੁੰਦਾ। ਜੋ ਅੰਦਰ ਦੀ ਸੁਰਤ ਹੈ, ਜੋ ਅਕਾਲ ਪੁਰਖ ਪਰਮਾਤਮਾ ਦੇ ਘਰ ਜਾ ਕੇ ਖਾਲਿਸ ਹੋ ਕੇ ਪ੍ਰਧਾਨਗੀ ਪ੍ਰਾਪਤ ਕਰ ਗਈ, ਨਾਦ ਰੂਪ ਹੋ ਗਈ। ਉਹ ਪੰਜਾਂ ਨੂੰ ਇੱਕ ਗੁਰੂ ਦਾ ਰੂਪ ਧਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦ੍ਰਿਸ਼ਟਮਾਨ ਰੂਪ ਦੇ ਵਿੱਚ, ਜਿਵੇਂ ਕਿ ਹਰਮੰਦਰ ਸਾਹਿਬ ਜੀ ਦਾ ਇੱਕ ਅੰਦਰ ਦਾ ਨਕਸ਼ਾ ਬਾਹਰ ਦਰਸਾਇਆ ਗਿਆ ਹੈ, ਇਸੀ ਤਰੀਕੇ ਦੇ ਉਹ ਪੰਜਾਂ ਸ਼ਬਦਾਂ ਨੂੰ ਇੱਕ ਕਰਕੇ ਗੁਰੂ ਦੀ ਪਦਵੀ ਤੋਂ ਲਾ ਕੇ, ਕਿਉਂਕਿ ਬਿਨਾਂ ਗੁਰੂ ਦੇ ਸਤਿਗੁਰੂ ਦੇ ਸਨਮੁਖ ਹੋਣਾ ਅਸੰਭਵ ਹੈ। ਕੋਈ ਬਿਨਾਂ ਗੁਰੂ ਦੇ, ਬਿਨਾਂ ਸ਼ਬਦ ਗੁਰੂ ਦੇ सतगुरु दे सन्मुख, आप सुखम की बात कर रहे हैं, बिना शब्द गुरु दे सतगुरु दे सन्मुख अजलो ना कोई होया, ना ही कोई कदी हो सकता। ठीक है जी। ਤੇ ਆਪਾਂ ਨੂੰ ਇਹ ਦ੍ਰਿਸ਼ਟਮਾਨ ਰੂਪ ਦੇ ਵਿੱਚ ਉਹਨਾਂ ਨੇ ਇੱਕ ਖੇਲ ਵਰਤਾਈ ਕਿ ਉਹ ਮਨ ਬੱਚੇ, ਉਹਨਾਂ ਦਾ ਸਰੀਰ ਨਹੀਂ ਕੋਈ, ਉਹਨਾਂ ਨੇ ਤਾਂ ਸਿਰ ਵੰਡ ਕੇ ਆਪਣੇ ਦੇ ਦਿਏ। ਉਹ ਅੰਦਰ ਦੀ ਖੇਲ ਉਹਨਾਂ ਨੇ ਵਰਤਾਈ ਥੀ। ਕਹਿੰਦੇ ਉਹਨਾਂ ਦਾ ਬੋਡੀ ਤੇ ਕੋਈ ਕਨੈਕਸ਼ਨ ਨਹੀਂ ਰਹਿ ਜਾਂਦਾ, ਉਹਨਾਂ ਦਾ ਸੁਖਮ ਆਕਾਰ ਤੋਂ ਵੀ ਕੋਈ ਕਨੈਕਸ਼ਨ ਨਹੀਂ ਹੋ ਜਾਂਦਾ ਰਹਿੰਦਾ। ਉਹ ਉਸ ਟਾਈਮ ਨਾਦ ਰੂਪ, ਨਾਮ ਰੂਪ ਹੋ ਕੇ ਮਾਲਿਕ ਦੇ ਘਰ ਸਨਮੁਖ ਹੋ ਕੇ ਇਹ ਦੋਨੋਂ ਹੀ ਅਵਸਥਾ ਨੂੰ ਥੱਲੇ ਛੁੱਟਦੇ ਹੋਏ ਮਾਲਿਕ ਦੇ ਘਰ ਪ੍ਰਧਾਨਗੀ ਪ੍ਰਾਪਤ ਕਰ ਚੁੱਕੇ ਹੁੰਦੇ ਹਨ। ਉਹਨਾਂ ਮਨ ਬੱਚਾ ਨੂੰ ਅੰਦਰ ਦ੍ਰਿਸ਼ਟਮਾਨ ਦੇ ਵਿੱਚ ਪੰਜ ਸੁਰਤਾ ਦੇ ਰੂਪ ਦੇ ਵਿੱਚ ਇੱਕ ਗੁਰੂ ਦੀ ਪਦਵੀ ਦੀ ਗਈ, ਜਿੱਥੇ ਕਿ ਸਾਨੂੰ जब जो मन बच्चे सहज धुन सुनते हैं, नाम सुनते हैं, या तो नाम सुनते हैं या अमृत आता है उन्होंने अंदर तो उन्हों दा टेस्ट जो आकार दे विच सानू पंज प्यारे नजर आएंगे। असी भाई साहब भाई सेवा सिंह जी तरमाला दी जो चलाई हुई जो उन्होंने खोज करी है, आप उदी विचार कर रहे हैं वाहिगुरु। असी और जगह दी विचार नहीं कर रहे। गुरु ग्रंथ साहब महाराज जी दी जो खेल है उदी विचार आप कर रहे हैं कि जो सानू गुरबाणी गुरु प्रैक्टिकली सोझी दे रहे हैं कि तुसी जब उन्हां दे सन्मुख होगे उस टाइम आकार दे विच थानू दिखाई देंगे, क्योंकि अपनी जो सुरत है, जिन्हां नू नाम दी कृपा होगी उन्हां नू उन्हां दा भेद लग जाऊगा कि ये सिर्फ एक दृष्टमान आकार खड़े हैं, अंदर सुरत गुरु रूप है जो नाद रूप हो गई, जो मालिक दे घर खालसा रूप दे विच खालसे दी फौज दे विच भर्ती हो गई। उस सुखम दे विच जो जिन मन बच्चा दे मन मन जाएंगे उन्हां नू अकाल पुरख परमात्मा दी तरफ ते जनाया जाऊगा जे अकाल पुरख परमात्मा दी कृपा हुई तां। फिर उन्होंने सानू पूछना हुंदा वो पंज प्यारे एक गुरु दा रूप होने हैं उस टाइम। फिर वो उन्होंने क्वेश्चन आंसर थे जो भी अकाल पुरख परमात्मा दे वल्लों पूछने हैं वो पूछे जाएंगे सच्चे मन ते। उस तो बाद उन्होंने सतगुरु श्री गुरु ग्रंथ साहब महाराज जी दे रूप दे अगे नतमस्तक होना, उन्हां दे सन्मुख होना बताया जाता है कि उन्हां दे सन्मुख हो, मत्था टेको, बैठो। उस तो बाद सानू सुखम दी खेल समझाई जाती है जो भाई साहब भाई सेवा सिंह जी तरमाला जी ने, वो ही प्रथा जो गुरु गोबिंद सिंह महाराज जी ने इतने समय पहले चलाई थी, क्योंकि बिच दे विच भुलेखा पै गया, गुरबाणी गुरु दी खोज नहीं हो पाई। ते दुनिया दृष्टमान पहल और जो उथे अमृत तैयार करा जाता है वाहिगुरु, उठे वो पंज प्यारे जो मालिक दे घर नाद रूप गुरु दी पदवी ते बह गए। गृहस्थी दे द्वारा जो गुरु गोबिंद सिंह महाराज जी ने अमृत ब्रह्म दे विच ते अमृत कड्ढा था वो आपा क्लियर करते हैं। चंद सूरज नू सम करके, क्योंकि जैसी सुन बाहर है ऐसी सुन साढ़े अंदर भी है। ठीक है जी। जब स्वाड़ियां सब तो पहले वाहिगुरु गुरमंत्र नू दृढ़ांदे होए उस तो बाद
सब स्वासा सम हो गई। स्वासा सम तो बाद साढ़े चंद सूरज खब्बी सज्जी अख नूं बोला गया है, ए सम हो गए। कहने चंद सूरज दोए सम कर रखूं, ब्रह्म जोत रल जाऊंगा, है ना, कि जब ये दृष्टि सम हो गई, सम दृष्ट हो गए, ते वाहिगुरु जैसी सुन बाहर है ऐसी अंदर है। अंदर भी नाम चल रहा है, बाहर भी नाम चल रहा है, बाहर भी अमृत की वर्षा हो रही है, अंदर भी अमृत की वर्षा हो रही है। साढ़े जो मन है वो साढ़े नेत्रा दे विच बैठा है। जब ਇਹਦਾ बैलेंस जो बिगड़ा होया था स्वासा दा ठीक होया, फिर उस तो बाद नेत्रा दा ठीक होया, ते एक दृष्ट सम दृष्ट हो के ब्रह्म दे विच ते अमृत कढ के पिया जा सकता है, क्योंकि मालिक अमृत की वर्खा ब्रह्म दे विच निरंतर हो रही है। जब साड़ी जो मन है सुरत रूप होके सुन दे विच आसन बंधूगा, ते उत्थे नाम भी सुनूगा और उत्थे अमृत भी पीऊगा, जो अमृत साड़ी जुबान तो आऊगा। बस कहने कहाने वालियां गल्लां नहीं हैगियां, प्रैक्टिकल करना पड़ूगा सानू, ते आप असी 100% कॉन्फिडेंस के साथ आल वर्ल्ड के सामने बोल सकते हैं कि आ कोई नॉर्मली बात नहीं हैगी। जो गुरु ग्रंथ साहब महाराज जी दे विच एक एक पॉइंट लिखा होया है, पूर्ण सत 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 है। सिर्फ और सिर्फ साने आपा समर्पण करना है। जब आपा इस विधि दे नाल जब चंद सूरज नु सम करके गुरु गोबिंद सिंह महाराज जी ने दिव्य दृष्टि द्वारा ब्रह्म दे विच ते अमृत कड्ढा था, ਉਹ फिर दृष्टमान दे विच क्रिया ਵਰਤਾਈ थी सोझी देण दे ਲਈ। उस तो बाद जो मन बच्चे नाद रूप हो गए, गुरु रूप हो गए, वो वाहिगुरु ਆਪਾਂ ਨੂੰ जो सोझी है केवल और केवल ਆਪਾਂ ਨੂੰ सोझी है दृष्टमान खेल दी। सुखम दे विच भी बहुत बड़ा खेल चल रहा है। ਉੱਥੇ भी खालसे ਦੀ ड्यूटी लगती है अकाल पुरख परमात्मा दे ਵੱਲੋਂ। जो मन बच्चे खालसे ਦੀ पदवी तो जाके बह जाने हैं, वो मालिक दे हुक्म दे विच दृष्टमान रूप दे विच भी ड्यूटी करते हैं, ते सुखम दे विच भी ड्यूटी करते हैं। वो करते हैं जो खालसे दी पदवी तो जाके बह गए। ते आपां ने खालसे दी आ अमृत दी दात इसलिए लेना जरूरी है कि आपां ने खालसे दी फौज दे विच भर्ती होना है। आ अकाल पुरख परमात्मा दा आप दा हुक्म है। ਅਸੀਂ ਦ੍ਰਿਸ਼ਟਮਾਨ ਆਕਾਰ ਤੋਂ ਜੁੜ ਗਏ ਜੀ। क्यों अमृत चखना जरूरी है? कि गुरबाणी गुरु दे राही ਆਪਾਂ ਨੇ ਇਹ ਵਿਚਾਰ ਖੋਲੀ ਹੈ ਕਿ ਇਸ ਲਈ अमृत चखना जरूरी है, क्योंकि ਆਪਾਂ ਖਾਲਸੇ ਦੀ ਫੌਜ ਦੇ ਵਿੱਚ ਭਰਤੀ ਹੋਣਾ है। अकाल पुरख परमात्मा दी हुक्म दे विच रहंदे होया जो उन्होंने हुक्म करना है उहदे विच रहंदे होया ड्यूटी करनी है, क्योंकि हम चाकर गोबिंद के, है ना। अकाल पुरख परमात्मा आप अकाल दे चाकर बने हुए, हुण अकाल पुरख परमात्मा दे चाकर बनने की वारी है। ठीक है जी। वाहिगुरु जी का खालसा, वाहिगुरु जी की फतेह। हाँ जी वाहिगुरु, नेक्स्ट क्वेश्चन की था गुरमुखो, सानू याद नहीं रहा, वाहिगुरु एक बार दोहरा दो। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਨੈਕਸਟ ਕੁਐਸਚਨ ਸੀ ਗੁਰਮੁਖਾਂ ਦਾ। ਉਹ ਕਹਿੰਦੇ ਵੀ ਜਦੋਂ ਅਸੀਂ ਸਿਮਰਨ ਕਰਨ ਲਈ ਬੈਠਦੇ ਆ ਤੇ ਉਸ ਟਾਈਮ ਤੇ ਸਾਡੇ ਵਿਚਾਰ ਕਾਫੀ ਚੱਲਦੇ ਰਹਿੰਦੇ ਆ, ਤੇ ਹੌਲੀ ਹੌਲੀ ਕਰਕੇ ਫਿਰ ਇੱਕ ਪੁਆਇੰਟ ਤੇ ਆ ਕੇ ਉਹ ਵਿਚਾਰ ਰੁਕ ਜਾਂਦੇ ਆ। ਸਾਨੂੰ ਕਾਫੀ ਇਸ ਦੇ ਲਈ ਕਿ ਸਾਡੀ ਜਿਹੜੀ ਸੁਰਤ ਆ ਉਹ ਸਰੀਰ ਚੋਂ ਵੀ ਦੇਹ ਤੋਂ ਵੱਖ ਹੋਵੇ, ਵੀ ਆਪਾਂ ਆਪਣੇ ਸਰੀਰ ਨੂੰ ਭੁੱਲੀਏ ਸਿਮਰਨ ਕਰਦੇ ਹੋਏ, ਵੀ ਉਹਦੇ ਲਈ ਟਾਈਮ ਲੱਗਦਾ। ਪਰ ਜਦੋਂ ਅਸੀਂ ਕਦੇ ਇਕੱਠ ਕਥਾ ਕਰ ਰਹੇ ਹੁੰਦੇ, ਸੁਣ ਰਹੇ ਹੁੰਦੇ ਆ ਗੁਰਮੁਖਾਂ ਦੇ ਰਾਹੀਂ, ਜਦੋਂ ਗੁਰਮੁਖ ਇਕੱਠ ਕਥਾ ਕਰ ਰਹੇ ਆ, ਕਹਿੰਦੇ ਉਸ ਟਾਈਮ ਤੇ ਵੀ ਇਮੀਡੀਏਟਲੀ ਹੀ ਵੀ ਸਾਨੂੰ ਏਦਾਂ ਲੱਗਦਾ ਵੀ ਅਸੀਂ ਦੇਹ ਨਾਲੋਂ ਵੱਖ ਹੋ ਕੇ ਤੇ ਵੀ ਜਿਵੇਂ ਵੀ ਉੱਪਰ ਉੱਪਰ ਸਾਡੀ ਸੁਰਤੀ ਰਹਿੰਦੀ ਆ, ਵੀ ਸਾਨੂੰ ਸਾਡਾ ਜੋ ਬੋਡੀ ਹੈ ਉਹ ਫੀਲ ਨਹੀਂ ਹੁੰਦੀ। ਵੀ ਇਹਨਾਂ ਦੇ ਵਿੱਚ ਫਰਕ ਕੀ ਆ? ਵੀ ਉਸ ਟਾਈਮ ਤੇ ਹੀ ਕਹਿੰਦੇ ਵੀ ਹਮੇਸ਼ਾ ਹੀ ਇਹ ਹੋ ਰਿਹਾ ਵੀ ਜਦੋਂ ਇਕੱਠ ਕਥਾ ਸੁਣ ਰਹੇ ਆ ਗੁਰਮੁਖਾਂ ਦੇ ਰਾਹੀਂ, ਤੇ ਉਹ ਸਾਨੂੰ ਬਾਹਲਾ ਉਹ ਵਿਚਾਰ ਰੋਕਣ ਦੇ ਲਈ ਉਹ ਕਰਨਾ ਨਹੀਂ ਪੈਂਦਾ ਮਿਹਨਤ। ਪਰ ਜਦੋਂ ਗੁਰਮੰਤਰ ਕਰ ਰਹੇ ਆ ਤੇ ਉਦੋਂ ਸਾਨੂੰ ਕਾਫੀ ਉਹ ਬਾਰ-ਬਾਰ ਮਨ ਨੂੰ ਫਿਰ ਦਰ ਤੇ ਲਿਆ ਕੇ ਬਿਠਾਉਣਾ, ਫਿਰ ਉਹ ਪ੍ਰੋਸੈਸ ਕਰਨਾ ਪੈਂਦਾ। ਵੀ ਤੁਸੀਂ ਇਹਦੇ ਬਾਰੇ 'ਚ ਥੋੜ੍ਹਾ ਜਿਹਾ ਸਾਨੂੰ ਵਿਸਥਾਰ ਨਾਲ ਦੱਸੋਗੇ ਵੀ ਇਹ ਕੀ ਖੇਡ ਹੈ ਮਾਲਕ ਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, वाहिगुरु जी का खालसा, वाहिगुरु जी की फतेह। वाहिगुरु, सब तो पहली गल कि साध संगत दे विच बहुत बड़ी पावर हुंदी है। जो साध संगत दे विच आके बह गया, उस तो अकाल पुरख परमात्मा दी कृपा हुंदी है।
ਵਿਚਾਰ ਰਹਿਤ ਹੁੰਦਾ, ਕਿਉਂਕਿ ਜਿਨ੍ਹਾਂ ਮਨ ਬੱਚਾ ਤੋਂ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੋਈ ਹੈ, ਜੋ ਵੀ ਉਹਨਾਂ ਦੇ ਦਾਇਰੇ ਦੇ ਵਿੱਚ ਆ ਕੇ ਬੈਠੂਗਾ ਉਹ ਵਿਚਾਰ ਰਹਿਤ ਹੋ ਜਾਊਗਾ। ਉਸ ਤੋਂ ਬਾਅਦ ਜੈਸੇ ਹੀ ਅਸੀਂ ਉਹਨਾਂ ਦੀ ਸਾਧ ਸੰਗਤ ਦੇ ਵਿੱਚ ਤੇ ਉੱਠ ਕੇ ਚੱਲਦੇ ਹੈ, ਸਾਡੀ ਸੁਰ ਤੋਂ ਪਿੱਛੇ ਹਟਦੀ ਹੈ ਤੇ ਵਾਹਿਗੁਰੂ ਕਾਲ ਸਾਤੋਂ ਜ਼ੋਰ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਕਰਕੇ ਸਾਨੇ ਹੁਣ ਅਕਾਲ ਪੁਰਖ ਪ੍ਰਮਾਤਮਾ ਨੂੰ ਬੇਨਤੀ ਕਰਨੀ ਹੈ, ਔਰ ਅਸੀਂ ਆਪ ਦਾ ਸਾਰੇ ਮਨ ਦਾ, ਆਪ ਦੇ ਖੁਦ ਦਾ ਮਨ ਦਾ ਵਾਹਿਗੁਰੂ ਗੁਰਮੰਤਰ ਨੂੰ ਇਤਨਾ ਦ੍ਰਿੜਾਣਾ ਹੈ, ਇਤਨਾ ਦ੍ਰਿੜਾਣਾ ਹੈ, ਉੱਚੀ ਸਿਮਰਨ ਕਰਨਾ ਹੈ। ਆਪਾਂ ਆਪਣੇ ਆਪ ਨੂੰ ਕੁਝ ਜਾਣਦੇ ਹੋਇਆ, ਆਪਣੀ ਆਵਾਜ਼ ਨੂੰ ਮੇਨਟੇਨ ਕਰਦੇ ਹੋਇਆ ਜਦ ਸਿਮਰਨ ਕਰਦੇ ਹੈ ਤੇ ਵਿਚਾਰ ਆਉਂਦੇ ਹੈ। ਸਾਨੇ ਆਪਾਂ ਨੂੰ ਅਸੀਂ ਕਰਦੇ ਕਿ ਅਸੀਂ ਆਪੇ ਆਪ ਨੂੰ ਭੁੱਲੀਏ ਤੇ ਵਾਹਿਗੁਰੂ ਉਹ ਸਾਡਾ ਫੁਰਨਾ ਬਣ ਜਾਂਦਾ ਹੈ। ਸਾਨੇ ਕੁਝ ਨਹੀਂ ਕਰਨਾ, ਬਸ ਮਾਲਿਕ ਨੂੰ ਮਹਿਸੂਸ ਕਰਦੇ ਹੋਇਆ, ਭਾਵੇਂ ਤੇਜ਼ ਆਵਾਜ਼ ਲੱਗ ਰਹੀ ਹੈ ਤੇਜ਼ ਲਗਾਓ, स्लो ਆਵਾਜ਼ ਲੱਗ ਰਹੀ ਹੈ स्लो ਲਗਾਓ, ਬਸ ਇੱਕ ਹੀ ਚੀਜ਼ 'ਤੇ ਸਾਡਾ ਧਿਆਨ ਹੋਣਾ ਚਾਹੀਏ ਕਿ ਸੁਣ ਦੇ ਵਿੱਚ ਮਾਲਿਕ ਬੈਠਾ ਹੈ ਔਰ ਵਾਹ ਗੁਰੂ। ਇਸ ਤਰੀਕੇ ਤੇ ਜब ਅਸੀਂ ਕੋਸ਼ਿਸ਼ करेंगे इस तरीके से सिमरन करने की ਤੇ ਵਾਹਿਗੁਰੂ जब ਅਸੀਂ ਵਿਚਾਰ ਰਹਿਤ ਹੋਵਾਂਗੇ ਤਾਂ ਇੱਕ ਨਾਮ ਸਾਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਵੱਲੋਂ ਜੋ ਦਾਤ ਦੀ ਜਾਂਦੀ ਹੈ, ਉਹਦਾ ਰੱਖਿਆ ਚੱਕਰ ਸਾਡੇ ਚਾਰੋਂ ਤਰਫ ਬਣ ਜਾਂਦਾ ਹੈ ਤੇ ਉਹ ਸਾਡਾ ਕਹਿੰਦੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਚਿਗਰਦ ਹਮਾਰੇ, ਉਹ ਰੱਖਿਆ ਚੱਕਰ ਸਾਡੇ ਬਣ ਜਾਂਦਾ ਹੈ, ਸਾਡੀ ਰੱਖਿਆ ਕਰਦਾ ਹੈ ਉਹ ਕਾਲ ਤੋਂ। ਤੇ ਵਾਹਿਗੁਰੂ ਸਾਨੇ ਆਪ ਆਪਣੇ ਮਨ ਨੂੰ ਕੋਸ਼ਿਸ਼ ਕਰਨੀ ਹੈ ਵਾਹਿਗੁਰੂ ਜਾਂ ਕਿਉਂਕਿ ਆ ਮਨ ਤਾਂ ਭਾਗੂਗਾ, ਕਿਉਂਕਿ ਇਹਨੂੰ ਟਾਈਮ ਬਹੁਤ ਹੋ ਗਿਆ ਤੇ ਇਹਨੂੰ ਵਾਹਿਗੁਰੂ ਗੁਰਮੰਤਰ ਦੇ ਰਾਹੀ ਇਹਨੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਕਟ ਮਰੇ ਕਾਹੂ ਨਾ ਛੋੜੇ ਖੇਤ। ਕਿਸੇ ਨੇ ਭਾਗਣਾ ਨਹੀਂ ਹੈਗਾ ਨਾ ਤੋਂ ਹਾਰ ਕੇ, ਸਾਨੇ ਗੁਰਬਾਣੀ ਗੁਰੂ ਦੇ ਰਾਹੀ ਨਿਰੰਤਰ ਸਿੱਖ ਕੇ ਔਰ ਵਾਹਿਗੁਰੂ ਗੁਰਮੰਤਰ ਦੇ ਰਾਹੀ ਇਹਨਾਂ ਤੋਂ ਯੁੱਧ ਕਰਨਾ ਹੈ। ਸਾਡੇ ਮਨ ਨੇ ਨਹੀਂ ਟਿਕਦਾ ਫੇਰ ਕਰੋ, ਨਹੀਂ ਟਿਕਦਾ ਫੇਰ ਕਰੋ, ਨਿਰੰਤਰ ਕਰਦੇ ਰਹੋ। ਕੁਝ ਸਮੇਂ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਹੋਊਗੀ ਆ ਬੈਠੂਗਾ, ਬੋਡੀ ਤੋਂ ਆਪ ਵਖ ਹੋਊਗਾ, ਜ਼ੋਰ ਨਾਲ ਨਹੀਂ ਹੋਣਾ। ਜ਼ੋਰ ਨਾ ਜੁਗਤੀ ਛੁਟੇ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੇ ਸੋਈ, ਨਾਨਕ ਉੱਤਮ ਨੀਚ ਨਹੀਂ ਕੋਈ। ਜ਼ੋਰ ਨਹੀਂ ਲਾਣਾ, ਸਿਰਫ ਔਰ ਸਿਰਫ ਅਕਾਲ ਪੁਰਖ ਪ੍ਰਮਾਤਮਾ ਨੂੰ ਪਿਆਰ ਦੇ ਰਾਹੀਂ, ਜਿਵੇਂ ਕੋਈ ਰੂਠ ਜਾਂਦਾ ਹੈ ਸਾਡਾ ਆਪਣਾ ਹੀ ਕੋਈ ਖਾਸ ਔਰ ਸਾਡੀਆਂ ਗਲਤੀਆਂ ਬੜੀਆਂ ਹੋ ਜਾਂਦੀਆਂ, ਅਗਰ ਅਸੀਂ ਉਹਨੂੰ ਬੁਲਾਣੇ ਹੈ ਤੇ ਵਾਹਿਗੁਰੂ ਇਹੋ ਜਿਹੀ ਫੀਲਿੰਗਸ ਲੈ ਕੇ ਉਹਨੂੰ ਅਕਾਲ ਪੁਰਖ ਪ੍ਰਮਾਤਮਾ ਨੂੰ ਆਵਾਜ਼ ਮਾਰਨੀ ਹੈ। ਅਕਾਲ ਪੁਰਖ ਪ੍ਰਮਾਤਮਾ ਦੀ ਜ਼ਰੂਰ ਕਿਰਪਾ ਹੋਊਗੀ। ਠੀਕ ਹੈ ਜੀ ਗੁਰਮੁਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਕੀ ਅਗਰ और भी कोई विचार कर रही है तो आप व्हाट्सएप ਤੇ शायद ਗੁਰਮੁਖਾ ਦੀ ਕੋਲ ਵੀ ਆਈ ਥੀ ਤੇ ਆਪਾਂ ਬਾਅਦ ਨੂੰ ਵੀ ਥੋੜੀ ਵਿਚਾਰ ਆਪਾਂ ਕਰ ਸਕਦੇ ਹਾਂ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਅਗਲਾ ਕੁਐਸਚਨ ਵਾਹਿਗੁਰੂ ਗੁਰਮੁਖਾਂ ਦਾ ਸੀਗਾ ਕਿ ਜਿਵੇਂ ਉਹ ਕਹਿੰਦੇ ਵੀ ਅਸੀਂ ਘਰੋਂ ਵਾਪਸ ਆਉਂਦੇ ਹਾਂ ਇੱਥੇ ਤੇ ਫਿਰ ਅਸੀਂ ਸਿਮਰਨ ਕਰਦੇ ਹੋਏ ਵੀ ਸਹਿਜ ਦੇ ਵਿੱਚ ਜਾਂਦੇ ਹਾਂ, ਸਾਨੂੰ ਸ਼ਬਦ ਵੀ ਸੁਣ ਰਹੇ ਆ ਤੇ ਸਿਮਰਨ ਕਰਦਿਆਂ ਹੋਇਆ ਅਸੀਂ ਸ਼ਬਦ ਨੂੰ ਸੁਣਦੇ ਹਲਕਾ ਹਲਕਾ ਜਿਹਾ ਸਾਨੂੰ ਲੋਕ ਦਾ ਗਿਆਨ ਵੀ ਰਹਿੰਦਾ ਆ ਵੀ ਜਿਵੇਂ ਵੀ ਕੋਈ ਗੁਰਮੁਖ ਸਕਾਈਪ ਤੇ ਸਿਮਰਨ ਕਰ ਰਹੇ ਉਹਨਾਂ ਦਾ ਵੀ ਹਲਕਾ ਹਲਕਾ ਜਿਹਾ ਸਾਨੂੰ ਫੀਲ ਹੁੰਦਾ ਆ ਤੇ ਹਲਕਾ ਹਲਕਾ ਜਿਹਾ ਜਿਵੇਂ ਅਸੀਂ ਵੀ ਇਹ ਨਹੀਂ ਆ ਵੀ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਬੋਡੀ ਨਾਲੋਂ ਅਸੀਂ ਅਲੱਗ ਹਾਂ, ਸਾਨੂੰ ਬੋਡੀ ਫੀਲ ਨਹੀਂ ਹੋ ਰਹੀ, ਪਰ ਹਲਕਾ ਜਿਹਾ ਕਿਤੇ ਵੀ ਸਾਨੂੰ ਇੱਧਰ ਆਕਾਰਾਂ ਦਾ ਜਾਂ ਇੱਧਰ ਥੋੜਾ ਗਿਆਨ ਹੈ ਤੇ ਹਲਕੇ ਜਿਹੇ ਕੋਈ ਨਾ ਜਾਣੇ ਪਛਾਣੇ ਜਿਹੇ ਵਿਚਾਰ ਵੀ ਆ ਰਹੇ ਨੇ। ਉਹ ਪਤਾ ਨਹੀਂ ਕਿਹੜੇ ਆ, ਰਜੋ ਦੇ ਆ, ਤਮੋ ਜਾਂ ਸਤੋ ਦੇ, ਗੂੜੇ ਨਹੀਂ ਆ, ਬਹੁਤ ਹਲਕੇ ਆ। ਤੇ ਨਾਲ ਨਾਲ ਵਾਹਿਗੁਰੂ ਕਹਿੰਦੇ ਵੀ ਜਦੋਂ ਅਸੀਂ ਫਿਰ ਸ਼ਬਦ ਨੂੰ ਸੁਣਦੇ ਹਾਂ ਵੀ ਸਾਨੂੰ ਲੱਗਦਾ ਵੀ ਅਸੀਂ ਹੁਣੇ ਹੀ ਬੈਠੇ ਹਾਂ ਤੇ 1-1.5 ਘੰਟੇ ਬਾਅਦ ਸਾਨੂੰ ਪਤਾ ਲੱਗਦਾ ਵੀ ਇੰਨਾ ਟਾਈਮ ਹੋ ਵੀ ਗਿਆ, ਵੀ ਉਹ ਕੀ ਅਸੀਂ ਸਹਿਜ 'ਚ ਜਾ ਰਹੇ ਆ, ਕੀ ਅਸੀਂ ਕਿਤੇ ਨਾ ਕਿਤੇ ਭਵ ਸਾਗਰ 'ਚ ਵੀ ਡਿੱਗਦੇ ਹਾਂ, ਜਾਂ ਇਹ ਕੀ ਖੇਡ ਹੈ ਵੀ ਸਾਨੂੰ ਵੀ ਅਸੀਂ ਸੋਚਦੇ ਅਸੀਂ ਸਹਿਜ 'ਚ ਚਲੇ ਗਏ ਹਾਂ, ਜਾਂ ਫਿਰ ਅਸੀਂ ਹਲਕਾ ਜਿਹਾ ਕਿਤੇ ਫਿਰ ਸਾਨੂੰ ਵਿੱਚ ਵਿਚਾਰ ਵੀ ਕਿਤੇ ਆ ਜਾਂਦਾ ਕੋਈ, ਪਰ ਸਾਨੂੰ ਬੋਡੀ ਨਹੀਂ ਫੀਲ ਹੋ ਰਹੀ ਹੈਗੀ, ਬੋਡੀ ਨਾਲੋਂ ਸਾਨੂੰ ਲੱਗ ਰਿਹਾ ਵੀ ਸਾਡਾ ਸਰੀਰ ਹੈ ਹੀ ਨਹੀਂ, ਅਸੀਂ ਕੋਈ ਕਿਸੇ ਵੀ ਅੰਗ ਨੂੰ ਫੀਲ ਨਹੀਂ ਕਰਦੇ ਹੈਗੇ। ਤੇ ਫਿਰ ਕਹਿੰਦੇ ਵੀ ਕਿਤੇ ਕਿਤੇ ਸਾਨੂੰ ਇੱਕ ਦੂਸਰਾ ਨਾਲ ਹੀ ਕੁਐਸਚਨ ਇਹ ਵੀ ਉਹਨਾਂ ਦਾ ਅੱਜ ਆਇਆ ਸੀ ਵੀ ਉਹ ਕਹਿੰਦੇ ਵੀ ਜਦੋਂ ਫਿਰ ਏਦਾਂ ਕਦੇ ਸਾਨੂੰ ਕਦੇ ਅਸੀਂ ਸਹਿਜ 'ਚ ਜਾਂਦੇ ਸਾਡੇ ਹੱਥ ਪੈਰ ਜਿਵੇਂ ਸੁੰਨ ਹੋ ਜਾਂਦੇ, ਸਾਨੂੰ ਠੰਡ ਬਹੁਤ ਫੀਲ ਹੁੰਦੀ ਆ ਤੇ ਫਿਰ ਜਦੋਂ ਅਸੀਂ ਪ੍ਰੋਪਰਲੀ ਵੀ ਬੋਡੀ ਦੇ ਵਿੱਚ ਉਹ ਕਰਦੇ ਹਾਂ, ਜਿਵੇਂ ਕਹਿ ਲਓ ਇੱਕ ਤਾਂ ਆਪਣਾ ਪ੍ਰੈਕਟੀਕਲ ਦਾ ਜਿਹੜਾ ਨਾਮ ਰੂਪ ਹੋ ਕੇ ਉਹ ਦੂਸਰੀ ਅਵਸਥਾ ਆ ਇਹ ਹੈ ਕਿ ਜਿਵੇਂ ਬੋਡੀ ਫੀਲ ਵੀ ਹੁੰਦੀ ਆ
ਪਰ ਉਹਦੇ ਨਾਲ ਠੰਡ ਬਹੁਤ ਲੱਗ ਰਹੀ ਆ, ਵੀ ਜਿਵੇਂ ਵੀ ਉਹ ਸਾਨੂੰ ਥੋੜਾ ਜਿਹਾ ਇਹ ਦੋਨੇ ਕੁਐਸਚਨਸ ਦੇ ਆਨਸਰ ਕਲੀਅਰ ਕਰ ਦਿਓ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰमुखो, वो साड़ी बॉडी तो सुरत वख होने की कोशिश करती है, वख होंदी भी है, लेकिन जो एक फुरने वो चलते रहने हैं सहज दे विच, क्योंकि काल बहुत ही ज्यादा होशियार है। कहने तो भाव है कि ਆਪਾਂ ਨੂੰ ਫੀਲ ਵੀ ਨਾ ਹੋਵੇ ਕਿ ਆਪਾਂ ਵਿਚਾਰ ਰਹਿਤ ਹੋ ਗਏ, ਐਸਾ ਜਿਹਾ ਫੀਲ ਹੋਵੇ ਔਰ ਇਹ ਵਿਚਾਰ ਵੀ ਦੇਈ ਜਾਂਦਾ ਹੈ। ਤੇ ਉਹਦੇ ਲਈ ਇੱਕ ਕੁੰਭ ਕਿਰਿਆ ਹੁੰਦੀ ਹੈ, ਠੀਕ ਹੈ ਜੀ। वो ਆਪਾਂ ਸਾਰਿਆਂ ਦੇ ਲਈ ਹੀ ਆਪਾਂ ਸਾਂਝੀ ਕਰ ਲੈਨੇ हैं। ਸਭ ਤੋਂ ਪਹਿਲਾਂ ਕਿ ਆਪਾਂ जैसे सिमरन करने बए, सिमरन ਆਪਾਂ ਨੇ ਕਰਨਾ ਹੈ ਨਿਰੰਤਰ ਸਵਾਸ ਗ੍ਰਾਸ ਵਿਧੀ ਦੇ ਰਾਹੀਂ। ਲਾਸਟ ਦੇ ਵਿੱਚ जैसे ही अपनी आवाज ਦੇ ਵਿੱਚ ਧਿਆਨ ਰੱਖਦੇ ਹੋਏ सिमरन ਕਰਦੇ ਰਹਿਣਾ ਹੈ। ध्यान रखना है कि बार बार अपनी ही आवाज ਨੂੰ सुनने की कोशिश करनी है, कुछ नहीं करना। किथे मन जा रहा है, किथे बॉडी है ठंडी हो गई, बॉडी गर्म हो गई, या बॉडी तो वक हो गई, या सुनने च पहुंच गई, या कुछ नहीं। सिर्फ और सिर्फ एक कम वाह गुरु, वाह गुरु, सिर्फ एनो सुनने की कोशिश करनी है, सिर्फ और सिर्फ। ਉਸ ਤੋਂ ਬਾਅਦ ਲਾਸਟ जैसे जैसे आवाज अपने आप ही थाने करने की जरूरत नहीं है, तुसी जैसे दुख ਦੇ ਵਿੱਚ ध्यान रखोगे अपने आप ही आवाज ऊंची भी होगी तेज भी होगी, अपने आप, खुद ने नहीं कुछ रोल करना। क्योंकि ਵਾਹਿਗੁਰੂ ਗੁਰਮੰਤਰ ਜਹਾਜ਼ ਹੈ, ਉਹਦੇ ਵਿੱਚ ਸੁਰਤ ਨੂੰ ਬਿਠਾਣੇ ਦੀ, ਧੁਨ में ध्यान ਉਹਦੇ ਵਿੱਚ ਟਿਕਾਣ ਦੀ ਕੋਸ਼ਿਸ਼ ਕਰਨੀ ਹੈ, ਸਿਰਫ ਵਿਧੀ ਨੂੰ ਪਕੜਨਾ ਹੈ ਨਾ। ਉਸ ਤੋਂ ਬਾਅਦ एक क्रिया होती है, श्वास को लंबा खींच के अंदर लेके जाओ नाभि तक। वाह गुरु। अपनी आवाज ਨੂੰ सुनते हुए थोड़ा जा नाभि तो जाके रोकना, थोड़ा टिकना। ਉਸ ਤੋਂ ਬਾਅਦ ਜ਼ੋਰ ਨਾਲ ਨਹੀਂ, ਸਹਿਜ ਸੁਭਾਈ ਉਹਨੂੰ ਫਿਰ ਸਵਾਸ ਨੂੰ ਲੰਬੇ ਉਹਦੇ ਰਾਹੀਂ ਧੀਰੇ ਤੇ ਸਹਿਜ ਸੁਭਾਈ ਛੁੱਟ ਦੇਣਾ। ਥੋੜੀ ਦੇਰ ਦੇ ਵਿੱਚ ਹੀ ਐਸਾ ਕਰਨੇ ਤੇ ਮਨ ਵਿਚਾਰ ਰਹਿਤ ਹੋ ਜਾਏ। ਫਿਰ अपने ਕੰਨਾਂ ਦੇ ਵਿੱਚ ਜੋ ਮਨ जैसे ही सहज जाना शुरू, जो छोटे छोटे जो भी विचार है ना, कबीरदास जी करते थे कुंभ क्रिया, जैसे ही वो छोटे छोटे जो भी विचार है ना वो भी डेड हो जाए। जैसे कि उदाहरण देने या कुंभ क्रिया इतनी नहीं अगर समझ लग रही ना, तो दृष्टमान उदाहरण दे देते। जैसे कि कोई बड़ा स्लो स्लो बोल रहा है, बहुत स्लो बोल रहा है कोई, और उसकी बात अपन सुननी है, ठीक है। तो वाहिगुरु उस टाइम अपनी क्रिया नोट करो, की क्रिया लग जाती है। उस टाइम क्रिया हो जाती है कि साड़ी श्वास थोड़ी थम जाती है, होंदा कि साड़ा मुख भी खुल जाता कई बार, और ਅਸੀਂ ਕੋਸ਼ਿਸ਼ ਕਰਦੇ ਹਾਂ ਉੱਧਰ ਸੁਣਨੇ ਦੀ। ਤੇ ਉਸ ਟਾਈਮ ਕੀ ਹੁੰਦਾ, ਸਵਾਸ ਤੇਜ਼ ਨਹੀਂ ਚੱਲਦੀ, ਉਸ ਟਾਈਮ ਸਵਾਸ ਥੋੜੀ ਜੀ ਥਮ ਜਾਂਦੀ ਹੈ। ਅਸੀਂ ऐसे सुनते ना कई बार साने निजी प्रैक्टिकल देखा है कि कई बार लोगों का हल्का जब खुल जाता और वो ऐ सुनने बिल्कुल बिल्कुल, और जिथे होंगे ना उत्थे रुक जाने, जिस भी अवस्था च होंगे ना उत्थे रुक जाएंगे और ऐसे कोशिश करेंगे उन्हें सुनने की। वो विधि लगानी है। जैसे श्वास अंदर गया ना, वाह गुरु, आप होनी करके देख लो, सारे विचार बिल्कुल नहीं आने दे उस टाइम। जिन्होंने विचारा की प्रॉब्लम है उन्होंने पहले उच्ची सिमरन करना, लास्ट ਦੇ ਵਿੱਚ या वाली विधि लगानी है, ठीक है। श्वास ਨੂੰ ਅੰਦਰ ਲੈ ਗਏ, जैसे आप किसी की बात ਨੂੰ बहुत ध्यान नाल सुनते हैं और पूरी क्लियर नहीं वो सुनाई दे रही, तो उस टाइम अपनी एक्टिविटी देख सकते हैं आप सारे सारी, मतलब संभावना है ये कि लगभग सारे के साथ ही या चीज बढ़ती होगी या विधि कि ऐसे सुनने आप रुक जाता सांसे से की बोल रहा है या कुछ सुनाई नहीं दे रहा साफ, वो ही विधि लगानी है अपन। श्वास ਨੂੰ ਪਾਉਣ ਦਾ ਬੰਧਨਾ ਹੈ, ਉਹਨੂੰ ਪਾਉਣ ਨੂੰ। ਗੁਰਬਾਣੀ ਗੁਰੂ ਦੇ ਵਿੱਚ ਖੋਇਆ ਸਾਨੂੰ ਸੁਬਹ ਇਸ ਟਾਈਮ ਯਾਦ ਨਹੀਂ ਹੈ, ਉਹਨੂੰ ਉਹਦੀ ਗੱਠ ਬੰਧਨੀ ਹੈ। ਤੇ ਐਸਾ ਗਏ ਨਾ ਅੰਦਰ ਨੂੰ श्वास, ਵਾਹ गुरु। ਵਿੱਚ ਵਿਚਾਰ ਆ ਹੀ ਨਹੀਂ ਸਕਦਾ क्योंकि पाउण ਦੇ साथ ही तो विचार चल रहा है ना। पाउण जाके रोक दी, फिर ऐसे करते करते धीरे धीरे मन विचार रहित हो जाऊगा।
ਥੋੜੀ ਦੇਰ ਦੇ ਵਿੱਚ ਹੀ ਇੱਕ ਖੁਮਾਰੀ ਜੀ, ਇੱਕ ਨਸ਼ਾ ਜਿਹਾ ਹੋਣਾ ਸ਼ੁਰੂ ਹੋ ਜਾਊਗਾ। ਨਾਮ ਨੂੰ ਸੁਣਨਾ ਸ਼ੁਰੂ ਕਰ ਦੋਗੇ, ਨਾਮ ਤੇਜ਼ ਹੋ ਜਾਊਗਾ, ਆਪਣੇ ਆਪ ਸੁਣਨਾ ਨਾਮ ਦੇ ਰਾਹੀਂ ਚਲੀ ਜਾਊਗਾ। ਠੀਕ ਹੈ ਗੁਰਮੁਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ, ਇੱਕ ਗੁਰਮੁਖ ਆਪਣੀ ਸੰਗਤ ਦੇ ਵਿੱਚ ਹੀ ਨੇ, ਇਸ ਟਾਈਮ ਤੇ ਵੀ ਉਹ ਸੁਣ ਰਹੇ ਨੇ। ਵਾਹਿਗੁਰੂ ਜੀ, ਜਿਵੇਂ ਉਹਨਾਂ ਦਾ ਇੱਕ ਕੁਐਸਚਨ ਹੈ, ਉਹਨਾਂ ਨੇ ਲਾਸਟ ਟਾਈਮ ਵੀ ਆਪ ਜੀ ਦੇ ਨਾਲ ਕੀਤਾ ਸੀ ਵੀ ਉਹਨਾਂ ਨੂੰ ਥੋੜਾ ਬੋਡੀ ਤੇ ਜਿਵੇਂ ਉਹ ਨਾਮ ਸੁਣਦੇ ਆ ਜਾਂ ਸਿਮਰਨ ਕਰਦੇ ਆ ਤੇ ਉਹਨਾਂ ਨੂੰ ਝਟਕੇ ਲੱਗਦੇ, ਕਹਿ ਲਓ ਥੋੜੇ ਜਿਹੇ ਬੋਡੀ ਤੇ ਦੂਸਰਾ ਉਹਨਾਂ ਨੂੰ ਇਵੇਂ ਫੀਲ ਹੋ ਰਿਹਾ ਵੀ ਜਿਵੇਂ ਕੋਈ ਵੀ ਉਹਨਾਂ ਨੂੰ ਉਹਨਾਂ ਦੇ ਨਾਲ ਕੋਈ ਸੰਪਰਕ ਹੋ ਰਿਹਾ। ਠੀਕ ਹੈ ਜੀ। ਤੇ ਉਹ ਕਹਿੰਦੇ ਵੀ ਸਾਨੂੰ ਡਰ ਲੱਗਦਾ, ਇਹ ਕਾਫੀ ਟਾਈਮ ਤੋਂ ਹੋ ਰਿਹਾ। ਉਹਨਾਂ ਨੇ ਭਾਈ ਸਾਹਿਬ ਦੇ ਨਾਲ ਵੀ ਕਲੀਅਰ ਕੀਤਾ ਇਸ ਗੱਲ ਨੂੰ, ਤੇ ਭਾਈ ਸਾਹਿਬ ਨੇ ਉਹਨਾਂ ਨੂੰ ਵੀ ਕਲੀਅਰ ਕੀਤਾ ਵੀ ਇਹ ਗੁਰਮੁਖਾਂ ਦਾ ਪਹਿਰਾ ਹੋ ਜਾਂਦਾ ਜਦੋਂ ਮਨ ਬੱਚਾ ਸਿਮਰਨ ਕਰ ਰਿਹਾ ਜਾਂ ਨਾਮ ਸੁਣ ਰਿਹਾ ਵੀ। ਤੇ ਹੁਣ ਉਹ ਕਹਿੰਦੇ ਵੀ ਹਾਂਜੀ ਠੀਕ ਆ ਵੀ ਉਹ, ਪਰ ਉਹ ਉਹਨਾਂ ਦਾ ਮਨ ਦਾ ਸੰਤੁਲਨ ਥੋੜਾ ਜਿਹਾ ਉਹ ਹੋਇਆ ਪਿਆ ਆ ਵੀ ਜਿਵੇਂ ਕਹਿ ਲਓ ਹਨਾ ਵੀ, ਕਿਉਂਕਿ ਇਹ ਸਾਰਾ ਕੁਛ ਨਵਾਂ ਨਵਾਂ ਹੋ ਰਿਹਾ ਜਾਂ ਉਹ ਨਹੀਂ ਪਤਾ ਸੀ ਜਾਂ ਕੁਛ ਵੀ। ਹੁਣ ਵਾਹਿਗੁਰੂ ਵੀ ਹੁਣ ਇਹ ਵਿਸ਼ਵਾਸ ਦਿਵਾਉਣ ਦੀ ਗੱਲ, ਕਿਉਂਕਿ ਇੱਥੇ ਕਾਲ ਸ਼ਰਾਰਤ ਕਰ ਰਿਹਾ ਆ ਵਿਚਾਰ ਦੇ ਕੇ। ਵਾਹਿਗੁਰੂ ਵੀ ਗੁਰਮੁਖਾਂ ਦਾ ਪਹਿਰਾ ਹੋਣਾ ਜਦੋਂ ਅਸੀਂ ਨਾਮ ਸੁਣਦੇ ਹਾਂ, ਸਿਮਰਨ ਕਰਦੇ ਹਾਂ, ਤੇ ਵੀ ਉਹ ਥੋੜਾ ਜਿਹਾ ਖੋਲੋ ਤਾਂ ਕਿ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਯਕੀਨ ਵੀ ਆਵੇ ਤੇ ਉਹਨਾਂ ਦਾ ਡਰ ਰਹਿਤ ਹੋ ਜਾਣਾ ਤੇ ਉਹ ਨਾਮ ਨੂੰ ਸੁਣਨ, ਤਾਂ ਕਿ ਨਾਮ ਨੂੰ ਸੁਣ ਕੇ ਉਹ ਨਾਮ ਨੂੰ ਸੁਣ ਕੇ ਆਨੰਦ ਲੈਣ। ਇਹ ਜੋ ਕਿਰਿਆ ਹੋ ਰਹੀ ਆ, ਉਹ ਕਹਿੰਦੇ ਵੀ ਸਾਡਾ ਡਰ ਵੱਧ ਜਾਂਦਾ ਤੇ ਫਿਰ ਅਸੀਂ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਵੇਂ ਵੀ ਫੇਸ ਅੰਦਰ ਕੰਬਲ 'ਚ ਦੇ ਲਿਆ, ਜਾਂ ਵੀ ਫਿਰ ਸਾਡੀ ਉਹ ਅਸੀਂ ਅਪਸੈਟ ਹੋ ਜਾਂਦੇ ਹਾਂ, ਵੀ ਡਿਸਟਰਬ ਹੋ ਜਾਂਦੇ। ਇਹ ਹੈ ਤਾਂ ਕਾਲ ਦੀ ਉਹ ਸ਼ਰਾਰਤ ਹੁੰਦੀ ਵੀ ਜਿਹੜਾ ਵਿਚਾਰ ਦੇ ਰਿਹਾ ਵੀ ਉਹ ਥੋੜਾ ਜਿਹਾ ਵਾਹਿਗੁਰੂ ਤੁਸੀਂ ਇਹਨੂੰ ਐਕਸਪਲੇਨ ਚ ਕਰੋ ਵੀ ਤਾਂ ਜੋ ਉਹਨਾਂ ਨੂੰ ਯਕੀਨ ਹੋ ਜਾਵੇ ਇਹ ਸਾਰਾ ਕੁਛ ਮਾਲਕ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, जिन गुरमुखा ਦਾ ਇਹ ਕੁਐਸਚਨ ਹੈ, ਪਲੀਜ਼ ਆਪਣਾ ਅਨਮਿਊਟ ਕਰੋ, ਸਾਨੂੰ ਕੁਝ ਇੱਕ ਪੁੱਛਣਾ ਹੈ ਪੁਆਇੰਟ ਤੁਹਾਤੋਂ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖੋ, ਕੀ ਤੁਸੀਂ ਆ ਚਾਹੁੰਦੇ ਹੋ ਕਿ ਉਹ ਪਹਿਰਾ ਹਟ ਜਾ, ਮਤਲਬ ਜੋ ਸਿਚੁਏਸ਼ਨ ਹੋ ਰਹੀ ਹੈ, ਜੋ ਹੁੰਦਾ ਹੈ ਉਹ ਹਟ ਜਾਵੇ? ਹਾਂਜੀ, ਮੈਨੂੰ ਏਦਾਂ ਤਾਂ ਚਲੋ ਮੈਂ ਸੋਚਦੀ ਹਾਂ ਵੀ ਕੋਈ ਮੇਰਾ ਭਲਾ ਹੀ ਚਾਹੁੰਦੇ ਹੋਣਗੇ, ਪਰ ਅਗਰ ਏਦਾਂ ਤੁਹਾਨੂੰ ਆ। ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਹਾਂਜੀ ਵਾਹਿਗੁਰੂ, ਅਗਰ ਹਾਂਜੀ ਤੁਹਾਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤੇ ਹਾਂਜੀ ਉਹ ਹਟ ਸਕਦਾ ਹੈ। ਠੀਕ ਹੈ, ਗੁਰਮੁਖਾਂ ਨੂੰ ਆਪ ਜੀ ਬੇਨਤੀ ਕਰ ਸਕਦੇ ਹੋ। ਹਾਂਜੀ ਜੋ ਤੁਸੀਂ ਨਾਮ ਸੁਣਦੇ ਹੋ ਨਾ, ਨਾਮ ਤੁਸੀਂ ਹਾਂਜੀ ਹਾਂਜੀ ਉਹਦੇ ਵਿੱਚ ਧਿਆਨ ਰੱਖਦੇ ਹੋਏ ਮਾਲਿਕ ਨੂੰ ਬੇਨਤੀ ਕਰ ਦੇਣੀ ਹੈ। ਠੀਕ ਹੈ, ਅਗਰ ਕਿ ਸੱਚੇ ਪਾਤਸ਼ਾਹ ਜਾਂ ਤਾਂ ਸਾਨੂੰ ਇਹ ਗੱਲ ਨੂੰ ਸੁਰਤ ਦੇ ਰਾਹੀਂ ਸਮਝਾਓ, ਜਾਂ ਫਿਰ ਅਗਰ ਸਾਨੂੰ ਇਹ ਤੇ ਭੈ ਲੱਗਦਾ ਹੈ ਤੇ ਫਿਰ ਸਾਨੂੰ ਜਦ ਸਾਡੀ ਅਵਸਥਾ ਇਹਨੂੰ ਸਮਝਦੇ ਲਾਇਕ ਹੋ ਜਾਵੇ ਫੇਰ ਜਾਂ ਖੇਲ ਵਰਤਾਓ। ਠੀਕ ਹੈ। ਹਾਂਜੀ, ਇਸ ਤਰ੍ਹਾਂ ਹੁੰਦਾ ਜੀ, ਜਿੱਦਾਂ ਮੈਂ ਹੁਣ ਸੁੱਤੀ ਪਹਿਲਾਂ ਵੀ ਤੁਹਾਨੂੰ ਸ਼ਾਇਦ ਦੱਸਿਆ ਸੀਗਾ, ਤੇ ਇਹ ਮੈਂ ਸੌਣ ਲੱਗਦੀ ਹਾਂ, ਜਦੋਂ ਹੀ ਪਾਸਾ ਲੈ ਕੇ ਸੌਣ ਲੱਗਦੀ ਹਾਂ ਉਦੋਂ ਹੀ ਏਦਾਂ ਲੱਗਦਾ ਜਿਵੇਂ ਮੈਨੂੰ ਕੋਈ ਏਦਾਂ ਚਮਕ ਜਿਵੇਂ ਕਰੰਟ ਜਿਹਾ ਪੈਂਦਾ ਹਨਾ, ਫੇਰ ਦੂਜਾ ਪਾਸਾ ਲੈਣੀ ਆ, ਫੇਰ ਉਦਾਂ ਹੀ ਹੁੰਦਾ, ਫੇਰ ਐਂ ਲੱਗਦਾ ਜਿਵੇਂ ਸਾਰੀ ਬੋਡੀ ਹਿੱਲ ਜਾਂਦੀ ਹੈ ਕਈ ਵਾਰ ਹਨਾ। ਫੇਰ ਮੈਨੂੰ ਮਤਲਬ ਮੈਂ 1, 1:30, 2 ਵਜੇ ਤੱਕ ਸੌਣ ਨੀ ਪਾਉਂਦੀ ਹੈਗੀ ਹਨਾ। ਫਿਰ ਕੱਲ ਮੈਂ ਭਾਈ ਸਾਹਿਬ ਜੀ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਠੀਕ ਹੋ ਜਾਊਗਾ ਹਨਾ। ਤਾਂ ਫਿਰ ਕੱਲ ਉਹਨਾਂ ਨੇ ਅਰਦਾਸ ਕੀਤੀ, ਮੈਂ ਉਹਨਾਂ ਨੂੰ ਫੋਟੋ ਵੀ ਆਪਣੀ ਭੇਜੀ ਸੀਗੀ, ਉਹਨਾਂ ਨੇ ਕਿਹਾ ਫੋਟੋ ਭੇਜੋ, ਫਿਰ ਮੈਂ ਬੇਨਤੀ ਕਰੂੰਗਾ ਹਨਾ। ਤੇ ਫਿਰ ਉਹਨਾਂ ਨੇ ਬੇਨਤੀ ਕੀਤੀ, ਪਰ ਹਜੇ ਵੀ ਰਾਤ ਮਤਲਬ 4-5 ਆਵਾਜ਼ ਨਹੀਂ ਵਾਹਿਗੁਰੂ ਆਪ ਜੀ ਦੀ ਸੁਣ ਰਹੀ, ਕੱਟ ਕੱਟ ਕੇ ਆਵਾਜ਼ ਆ ਰਹੀ ਹੈ ਗੁਰਮੁਖੋ। ਵੀ ਹੁਣ ਹਜੇ ਵੀ ਹੈਗਾ ਵੀ 5-6 ਵਾਰੀ ਹੁੰਦਾ ਆ ਰਾਤ ਨੂੰ। ਤੇ ਫੇਰ ਉਹਦਾ ਨਾਂ ਕੀ, ਰਾਤ ਵੀ ਪਹਿਲਾਂ ਤਾਂ ਮੈਂ ਇਕੱਲੀ ਸੀ ਤੇ ਕੱਲ ਮੇਰੇ ਹਸਬੈਂਡ ਆ ਗਏ ਸੀਗੇ ਹਨਾ, ਤਾਂ ਫਿਰ ਮੈਨੂੰ ਕੱਲ ਘੱਟ ਹੋਇਆ ਹਨਾ। ਤੇ ਫਿਰ ਅੱਜ ਫੇਰ ਮੈਂ ਭਾਈ ਸਾਹਿਬ ਜੀ ਨਾਲ ਗੱਲ ਕਰੂੰਗੀ ਵੀ ਹਾਂ ਕਿੱਦਾਂ ਵੀ ਇਹ ਹਜੇ ਵੀ ਹੋ ਰਿਹਾ ਹੈ ਹਨਾ। ਉਹ ਕਹਿੰਦੇ ਸੀ ਵੀ ਕੋਈ ਨੀ, ਹੌਲੀ ਹੌਲੀ ਠੀਕ ਹੋਜੂਗਾ। ਬਾਕੀ ਮੈਨੂੰ ਤਾਂ ਬਹੁਤ ਜ਼ਿਆਦਾ ਹੀ ਡਰ ਲੱਗਦਾ, ਮੈਂ ਸਾਰੀ ਸਾਰੀ ਰਾਤ ਰੋ ਰੋ ਕੇ ਕੱਟਦੀ ਸੀ ਕੱਲ ਵੀ। ਵਾਹਿਗੁਰੂ, ਅਸੀਂ ਤੁਹਾਨੂੰ ਇੱਕ ਵਿਚਾਰ ਸਾਂਝੀ ਕਰਦੇ ਹਾਂ ਤੁਹਾਡੇ ਸਾਥ। ਜੋ ਨਾਮ ਤੁਹਾਨੂੰ ਡਰ ਕੀ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਜਾਂ ਫਿਰ ਤੁਹਾਨੂੰ ਕੇਵਲ ਡਰ ਲੱਗਦਾ, ਤੁਹਾਨੂੰ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਉਹਦੇ?
ਹਾਂਜੀ ਹਾਂਜੀ। ਪਰ ਪ੍ਰੋਬਲਮ ਇਹ ਆ ਵੀ ਮੈਂ ਜਦੋਂ ਹੀ ਸੌਣ ਦਾ ਮਨ ਕਰਦਾ ਹਨਾ, ਵੀ ਸੌਣ ਵਾਲੀ ਪੋਜੀਸ਼ਨ ਹੁੰਦੀ ਆ ਮੇਰੀ, ਤਾਂ ਉਦੋਂ ਹੀ ਐ ਹੁੰਦਾ ਵੀ ਮੈਨੂੰ ਕੋਈ ਐ ਕਰ ਦਿੰਦਾ ਵੀ ਤੂੰ ਵੀ ਜਿਵੇਂ ਸੌਣ ਆ ਮੈਨੂੰ, ਫਿਰ ਬਹੁਤ ਜ਼ਿਆਦਾ ਹੀ ਡਰ ਲੱਗਦਾ ਵੀ ਇੱਕ ਵਾਰੀ ਨੀ, ਫਿਰ ਇੱਕ ਵਾਰੀ ਪਾਸਾ ਲੈਂਦੀ ਆ, ਫਿਰ ਦੂਜੀ ਵਾਰੀ, ਫਿਰ ਤੀਜੀ ਵਾਰੀ, ਫਿਰ ਸਾਰੀ ਰਾਤ ਮੇਰੀ ਐਵੇਂ ਲੰਘਦੀ ਆ। ਫਿਰ ਮੈਂ 2 ਵਜੇ ਮਤਲਬ ਸੌਂਦੀ ਆ, 2 ਵਜੇ, 2 ਘੰਟੇ, ਫਿਰ 3 ਵਜੇ ਉੱਠ ਪੈਂਦਾ ਚਾਹ। ਠੀਕ ਹੈ ਗੁਰੂ, ਠੀਕ ਹੈ, ਕੋਈ ਗੱਲ ਨਹੀਂ ਵਾਹਿਗੁਰੂ, ਉਹ ਗੁਰਮੁਖਾਂ ਦਾ ਹੀ ਪੈਰਾ ਹੁੰਦਾ ਹੈ। ਲੇਕਿਨ ਜੇ ਤੁਹਾਨੂੰ ਤੇ ਉਸ ਤੋਂ ਭੈ ਹੋ ਰਿਹਾ ਹੈ, ਫੀਲ ਹੋ ਰਿਹਾ ਹੈ, ਤੇ ਕੋਈ ਗੱਲ ਨਹੀਂ, ਤੁਸੀਂ ਆਪਣੇ ਨਾਮ ਨੂੰ ਸੁਣਨਾ ਹੈ ਔਰ ਅਕਾਲ ਪੁਰਖ ਪ੍ਰਮਾਤਮਾ ਨੂੰ ਬੇਨਤੀ ਕरेंगे, ਹੈ ਨਾ, ਠੀਕ ਹੈ, ਤੇ ਠੀਕ ਹੋ ਜਾਊਗਾ ਹੌਲੀ ਹੌਲੀ, ਭੈ ਨਹੀਂ ਉਸ ਤੋਂ ਮੰਨਣਾ, ਠੀਕ ਹੈ। ਕੁਛ ਤੁਹਾਨੂੰ ਠੀਕ ਪ੍ਰੋਬਲਮ ਹੋਣੇ ਦੀ, ਤੁਸੀਂ ਮੈਨੂੰ WhatsApp ਤੋਂ ਮੇਰੇ ਸਾਥ ਬਾਤ ਕਰ ਲਈਓ, ਜਾਂ ਫਿਰ ਮਤਲਬ ਸੰਗਤ ਤੋਂ ਬਾਅਦ ਮੈਨੂੰ ਦਿਨ ਦੇ ਵਿੱਚ ਕਾਲ ਕਰ ਲਈਓ, ਫਿਰ ਇੱਕ ਵਿਧੀ ਆਪਾਂ ਕਰ ਲੈਂਗੇ, ਠੀਕ ਹੈ। ਠੀਕ ਹੈ ਜੀ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਹੁਣ ਵਾਹਿਗੁਰੂ ਜੀ ਸੰਗਤ ਦਾ ਇਹ ਵਿਚਾਰ ਬਣ ਜਾਣਾ ਵੀ ਇਹ ਕੀ ਚੀਜ਼ ਆ ਜਾਂ ਕਿਉਂ, ਕਿਉਂਕਿ ਇਹਦੇ ਨਾਲ ਰਿਲੇਟਡ ਆਪਾਂ ਪਹਿਲਾਂ ਸੰਗਤ 'ਚ ਜਦੋਂ ਕੀਤਾ ਸੀ, ਗੁਰਮੁਖਾਂ ਦੇ ਸਾਨੂੰ ਕਾਲ ਆਈ ਸੀ ਵੀ ਹੁਣ ਸਾਨੂੰ ਥੋੜ੍ਹਾ ਅਜੀਬ ਜਿਹਾ ਲੱਗਦਾ ਵੀ ਇਹ ਕੀ ਸਿਸਟਮ ਆ, ਵੀ ਫਿਰ ਸਾਨੂੰ ਵੀ ਇੱਕ ਵਿਚਾਰ ਬਣੂਗਾ ਹਨਾ, ਤੇ ਉਹ ਕਾਲ ਗੂੜਾ ਕਰਦਾ ਜਾਊਗਾ ਅੰਦਰੋਂ ਵੀ ਡਰੋ, ਜਾਂ ਉਹਨਾਂ ਨੂੰ ਵੀ ਇਹਨੂੰ ਥੋੜਾ ਖੋਲੋ, ਖੋਲੋ ਵਾਹਿਗੁਰੂ ਜੀ ਨੂੰ ਸੰਗਤ ਵਾਹਿਗੁਰੂ ਦੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਗੁਰਬਾਣੀ ਗੁਰੂ ਦੇ ਰਾਹੀਂ ਜਿਨ੍ਹਾਂ ਨੂੰ ਸੋਝੀ ਦੀ ਗਈ ਹੈ, ਆਪਾਂ ਸਾਰੇ ਸੋਝੀ ਲੈ ਸਕਦੇ ਹਾਂ, ਕਹਿੰਦੇ ਜਿਨ੍ਹਾਂ ਨੂੰ ਧੁਰ ਦੇ ਲੇਖੇ ਲਿਖੇ ਹੋਏ ਹੈ, वो एक गुरु नानक देव महाराज गुरबाणी ਦੇ ਵਿੱਚ ਲਿਖੇ ਗਏ ਕਿ ਕਲਯੁਗ ਦੇ ਵਿੱਚ ਜਾ ਕੇ ਨਾਮ ਪ੍ਰਗਟ ਹੋਣਾ ਹੈ। ਉਹਨਾਂ ਟਾਈਮਿੰਗ ਨਹੀਂ ਲਿਖੀ, ਲੇਕਿਨ ਨਿਸ਼ਾਨੀਆਂ ਦੱਸੀਆਂ ਕਿ ਕਲਯੁਗ ਦੇ ਵਿੱਚ ਜਾ ਕੇ ਨਾਮ ਪ੍ਰਗਟ ਹੋਊਗਾ। ਉਹਨਾਂ ਤੋਂ ਨਾਮ ਪ੍ਰਗਟ ਹੋਊਗਾ ਜੋ ਧੁਰ ਦੇ ਲੇਖੇ ਲੈ ਕੇ ਆਏ ਹੈ ਅਕਾਲ ਪੁਰਖ ਪ੍ਰਮਾਤਮਾ ਦੇ ਦਰ ਤੇ, ਠੀਕ ਹੈ। ਤੇ ਜੋ ਗੁਰਮੁਖ ਪਹਿਲੇ ਤੇ ਹੀ ਅਕਾਲ ਪੁਰਖ ਪ੍ਰਮਾਤਮਾ ਦੇ ਵਰਸਾਏ ਹੋਏ ਹੈ, ਜਿਨ੍ਹਾਂ ਨੂੰ ਅਕਾਲ ਪੁਰਖ ਪ੍ਰਮਾत्मा ने साज निवाज दिया, वो वाहिगुरु जो अपनी हुनी थोड़े टाइम पहले विचार हुई थी कि वो दृष्टमान रूप ਦੇ ਵਿੱਚ ਜੋ ਹੈ वो दृष्टमान ਚ ਡਿਊਟੀ ਕਰ ਰਹੇ हैं, और जो ਬੋਡੀ ਨੂੰ ਛੱਡ ਕੇ ਚਲੇ ਗਏ ਦ੍ਰਿਸ਼ਟਮਾਨ ਆਕਾਰ ਨੂੰ, ਉਹ ਸੁਖਮ ਦੇ ਵਿੱਚ ਹੈਗੇ, ਠੀਕ ਹੈ ਜੀ। ਤੇ ਉਹ ਅਕਾਲ ਪੁਰਖ ਪ੍ਰਮਾਤਮਾ ਦੇ ਵੱਲੋਂ ਜੋ ਦ੍ਰਿਸ਼ਟਮਾਨ ਰੂਪ ਦੇ ਵਿੱਚ ਆਪਾਂ ਵਰਗੇ ਜੋ ਲੇਖੇ ਲੈ ਕੇ ਆਏ हैं, ਲੇਕਿਨ ਉਹਨਾਂ ਨੂੰ ਜਾਗ ਨਹੀਂ ਹੋ ਰਹੀ, ਉਹਨਾਂ ਨੂੰ ਜਗਾਉਣ ਦੇ ਲਈ, ਉਹਨਾਂ ਨੂੰ ਮਤਲਬ ਜਾਗਰੂਕਤਾ ਦੇਣ ਦੇ ਲਈ ਕਿ ਟਾਈਮ ਆ ਗਿਆ, ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਨ ਦੀ, ਨਾਮ ਕਰਨ ਦੀ। ਫਿਰ ਉਹਨਾਂ ਤੋਂ ਉਹ ਅਕਾਲ ਪੁਰਖ ਪਰਮਾਤਮਾ ਦੇ ਵੱਲੋਂ ਡਿਊਟੀ ਲਾਈ ਜਾਂਦੀ ਕਿ ਵੀ ਇਹਨਾਂ ਨੂੰ ਜਗਾਓ, ਨਾਮ ਜਪਾਓ, ਕਿਉਂਕਿ ਇਹ ਧੁਰ ਦੇ ਲੇਖੇ ਲਏ ਹੋਏ ਹੈ, ਠੀਕ ਹੈ। ਆਪਾਂ ਸੰਸਾਰ ਦੇ ਵਿੱਚ ਔਰ ਕਿਤੇ ਆਪਣੇ ਰਿਲੇਸ਼ਨ ਦੇ ਵਿੱਚ ਕਾਲ ਕਰੋ, ਕਿਤੇ ਹੋਰ ਕਰੋ, ਕਿਤੇ ਹੋਰ ਕਰੋ, ਕਿ ਕਿਸੇ और ਦੇ ਸਾਥ ऐसा ਹੋ ਰਿਹਾ ਹੈ? ਨਹੀਂ। ਤੁਹਾਡੇ ਆਪ ਦੇ ਕਿਸੇ ਫੈਮਿਲੀ ਮੈਂਬਰ ਨੂੰ ਹੋ ਰਿਹਾ? ਨਹੀਂ। ਵਾਹਿਗੁਰੂ ਜੋ ਅਕਾਲ ਪੁਰਖ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਆ ਗਏ ਤੇ ਜੋ ਗੁਰਮੁਖ ਖਾਲਸੇ ਦੇ ਰੂਪ ਦੇ ਵਿੱਚ ਡਿਊਟੀਆਂ ਕਰਦੇ ਹੈ, ਉਹਨਾਂ ਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਵੱਲੋਂ ਸੁਖਮ ਦੇ ਵਿੱਚ ਭੇਜਿਆ ਜਾਂਦਾ। ਉਹਨਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈਗੀ, ਉਹ ਤਾਂ ਬਹੁਤ ਜ਼ਿਆਦਾ ਹੀ ਪਿਆਰ ਕਰਦੇ ਹੈ, ਬਹੁਤ ਜ਼ਿਆਦਾ, ਔਰ ਸਾਨੂੰ ਗਾਈਡਲਾਈਨ ਦੇ ਰਹੇ ਹੈ ਸੁਖਮ ਦੇ ਵਿੱਚ, ਦ੍ਰਿਸ਼ਟਮਾਨ ਦੇ ਵਿੱਚ, ਕੁਝ ਗੁਰਮੁਖ ਦ੍ਰਿਸ਼ਟਮਾਨ ਦੇ ਵਿੱਚ ਦੇ ਰਹੇ, ਤੇ ਅਕਾਲ ਪੁਰਖ ਪ੍ਰਮਾਤਮਾ ਦੇ ਰਾਹੀਂ ਸੁਖਮ ਦੇ ਵਿੱਚ ਵੀ ਸਾਨੂੰ ਜਨਾਇਆ ਜਾਂਦਾ ਹੈ। ਤੇ ਉਹ ਸਿਰਫ ਉਹਨਾਂ ਦੀ ਇੱਕ ਡਿਊਟੀ ਹੁੰਦੀ ਹੈ, ਜੇ ਦ੍ਰਿਸ਼ਟਮਾਨ ਦੇ ਵਿੱਚ ਕੋਈ ਕਿਤੇ ਆਪਾਂ ਸਥਾਨ ਤੋਂ ਜਾਣੇ ਨਾ, ਉੱਥੇ ਜ਼ਿਆਦਾ ਟਾਈਮ ਸਹਿਜੇ ਚ ਨਹੀਂ ਜਾਣ ਦਿੰਦੇ। ਜ਼ਿਆਦਾ ਤੋਂ ਜ਼ਿਆਦਾ ਜੋ ਨਵੀਂ ਸੰਗਤ ਹੈ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਸਿਮਰਨ ਕਰਾਇਆ ਜਾਂਦਾ ਹੈ। ਤੇ ਉਹ ਹੁਣ ਸੰਗਤ ਇਕੱਠੀ ਨਹੀਂ ਹੋ ਰਹੀ, ਕਿਤੇ ਆਪਾਂ ਸਥਾਨ ਤੋਂ ਇਕੱਠੇ ਨਹੀਂ ਹੋ ਰਹੇ, ਹੈ ਨਾ, ਤੇ ਆਪਣੀ ਗਰੁੱਪ ਵਾਈਜ਼ ਸੰਗਤ ਚੱਲ ਰਹੀ ਹੈ, ਤੇ ਉਹ ਸਾਨੂੰ ਇੱਕ ਡਿਊਟੀ ਦੇ ਰਾਹੀਂ ਸਾਨੂੰ ਉਹ ਜਗਾਨੇ ਹੈ ਕਿ ਸਿਮਰਨ ਕਰੋ, ਨਾਮ ਸੁਨੋ, ਠੀਕ ਹੈ। ਉਹ ਨੀਂਦ ਤਾਂ 1 ਘੰਟੇ ਵਿੱਚ ਵੀ ਪੂਰੀ ਹੋ ਜਾਊਗੀ, ਜਬ ਵਾਹਿਗੁਰੂ ਗੁਰਮੰਤਰ ਤੇ ਭਰੋਸਾ ਹੋ ਜਾਊਗਾ, ਨਾਮ ਤੇ ਭਰੋਸਾ ਹੋ ਜਾਊਗਾ, ਭਾਵੇਂ ਤੁਸੀਂ 1 ਘੰਟਾ ਹੀ ਸੋ। ਇੱਥੇ ਤੱਕ ਅਕਾਲ ਪੁਰਖ ਦੀ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਕਿ 10 ਮਿੰਟ ਦੇ ਵਿੱਚ ਹੀ ਉਹ ਰਿਲੈਕਸ ਮਿਲ ਜਾਂਦਾ ਹੈ, ਜੋ 12 ਘੰਟੇ ਚ ਮਿਲਦਾ ਹੈ, ਜੋ 8 ਘੰਟਾ ਚ ਮਿਲਦਾ ਹੈ, ਠੀਕ ਹੈ। ਕਿਉਂਕਿ ਮਨ ਸਿੱਧਾ ਡਾਇਰੈਕਟਲੀ ਸੁਣਨਾ ਜਾਂਦਾ ਹੈ, ਸਮਾਉਂਦਾ ਹੈ ਮਾਲਿਕ ਦੀ ਗੋਦ ਦੇ ਵਿੱਚ, ਔਰ ਪੂਰਾ ਬਹੁਤ ਹੀ ਠੰਡਾ ਠਾਰ ਕਰਕੇ ਬਿਲਕੁਲ ਸਕੂਨ ਦੇ ਵਿੱਚ ਵਾਪਸ ਭੇਜ ਦਿਆ ਜਾਂਦਾ ਹੈ, ਠੀਕ ਹੈ। ਤੇ ਉਹਦੀ ਸਭ ਤੋਂ ਪਹਿਲਾਂ ਆਪਾਂ ਨੇ ਅੰਦਰ ਕਮਾਈ ਕਰਨੀ ਹੈ ਹੁਣ, ਠੀਕ ਹੈ। ਔਰ ਯਾ ਨਹੀਂ ਹੈਗਾ ਕਿ ਜਾਗ ਕੇ ਹੀ ਕਰਦੇ ਰਹੋ, ਉਹ ਵਿਧੀ ਉਹਨਾਂ ਨੇ ਬਤਾਈ ਹੈ ਕਿ ਵਾਹਿਗੁਰੂ ਗੁਰੂ ਮੰਤਰ ਨੂੰ ਜਪੋ, ਸਹਿਜ ਸੁਭਾਈ ਧੁਨ ਦੇ ਵਿੱਚ ਧਿਆਨ ਰੱਖਦੇ ਹੋਏ ਜਪੋਗੇ, ਨੋਰਮਲੀ ਜਾਣ ਦੀ ਕੋਸ਼ਿਸ਼ ਨਹੀਂ ਕਰਨੀ, ਸਹਿਜ ਸੁਰਤ ਆਪ ਜਾਊਗੀ, ਉਹਨੂੰ ਆਨੰਦ ਬਣੂਗਾ, ਖੁਮਾਰੀ ਸੀ ਬਣੂਗੀ, ਨਾਮ ਨੂੰ ਸੁਣੂਗੀ, ਖੁਮਾਰੀ ਸੀ ਬਣੂਗੀ, ਉਹ ਆਪ ਸਹਿਜਤ ਜਾਊਗੀ।
ਜੇ ਉਹ ਸਹਿਜਤ ਜਾਂਦੀ ਹੈ ਤਾਂ ਉਹਨੂੰ ਜਾਣ ਦਿਓ। ਜਦ ਤੱਕ ਤੁਸੀਂ ਇਸ ਵਿਧੀ ਨੂੰ ਫੋਲੋ ਨਹੀਂ ਕਰਦੇ ਤਬ ਤੱਕ ਫਿਰ ਉਹਨਾਂ ਨੇ ਤੁਹਾਨੂੰ ਜਗਾਣਾ ਹੈ ਕਿ ਨਾਮ ਜਪੋ। ਠੀਕ ਹੈ ਜੀ। ਅਗਰ ਆਪ ਜੀ ਦੀ ਇੱਛਾ ਨਹੀਂ ਹੈਗੀ ਕਿ ਵੀ ਅਸੀਂ ਨਹੀਂ ਕਰ ਸਕਦੇ, ਸਾਨੇ ਨਹੀਂ ਚੱਲਣਾ, ਉਹ ਵੀ ਜੋ ਵੀ ਹੈ ਨਾ, ਤੇ ਤੁਸੀਂ ਮਾਲਿਕ ਨੂੰ ਬੇਨਤੀ ਕਰ ਸਕਦੇ ਹੋ। ਬਾਕੀ ਜੋ ਉਹ ਗੁਰਮੁਖ ਹੈ ਉਹ ਅਕਾਲ ਪੁਰਖ ਪ੍ਰਮਾਤਮਾ ਦੇ ਵੱਲੋਂ ਆਪਣੀ ਡਿਊਟੀ ਕਰ ਰਹੇ ਹੈ। ਠੀਕ ਹੈ ਗੁਰਮੁਖ, ਉਹਨਾਂ ਤੇ ਡਰਨਾ ਨਹੀਂ ਹੈਗਾ, ਉਹ ਆਪਣੀ ਹੈਲਪ ਕਰ ਰਹੇ ਹੈ ਬਹੁਤ ਬੜੀ, ਉਹ ਬਹੁਤ ਸਤਿਕਾਰਯੋਗ ਹੈ। ਹੱਥ ਜੋੜ ਕੇ ਉਹਨਾਂ ਦਾ ਸਤਿਕਾਰ ਕਰਨਾ ਹੈ। ਠੀਕ ਹੈ, ਉਹ ਨਾ ਹੀ ਡਰਾਣੇ ਦੇ ਤੁਹਾਨੂੰ ਨਾ ਹੀ ਕੁਝ, ਉਹ ਤਾਂ ਮਾਲਿਕ ਦੇ ਵੱਲੋਂ ਬਹੁਤ ਅਥਾ ਪਾਵਰ ਵਾਲੀਆਂ ਸੁਰਤੀਆਂ ਹੈ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਚੀਜ਼ ਹੋਰ ਵਾਹਿਗੁਰੂ, ਜਦ ਸੱਚ ਦੀ ਸੰਗਤ ਦੇ ਵਿੱਚ ਆ ਗਏ ਨਾ ਤੇ ਇਹ ਭੂਤ ਪ੍ਰੇਤ ਇਹ ਚੀਜ਼ਾਂ ਨਹੀਂ ਆ ਸਕਦੀਆਂ ਹੁਣ। ਠੀਕ ਹੈ, ਇਸ ਚੀਜ਼ ਤੋਂ ਨਿਰਭਉ ਰਹਿਣਾ ਹੈ। ਠੀਕ ਹੈ ਗੁਰਮੁਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਹੋਰ ਗੁਰਮੁਖਾਂ ਨੇ ਜਿਨ੍ਹਾਂ ਨੇ ਕੋਈ ਅੱਗੇ ਕੁਐਸਚਨ ਕਰਨੇ ਹੋਣ, ਵਾਹਿਗੁਰੂ ਜੀ ਵੀ ਤੁਸੀਂ ਆਪਣੀ ਕਾਲ ਨੂੰ ਅਨਮਿਊਟ ਕਰਕੇ ਕੁਐਸਚਨਸ ਕਰ ਸਕਦੇ ਹੋ ਵਾਹਿਗੁਰੂ। ਤੇ ਵੀ ਪ੍ਰੈਕਟੀਕਲ ਨਾਲ ਰਿਲੇਟਡ, ਗੁਰਮਤ ਨਾਲ ਰਿਲੇਟਡ ਕੋਈ ਵੀ ਆਪ ਜੀ ਦੇ ਕੋਈ ਸਨਮੁਖ ਕੋਈ ਵੀ ਦੁਵਿਧਾ ਆ ਰਹੀ ਆ, ਜਾਂ ਕੋਈ ਵੀ ਕਿਸੇ ਤਰੀਕੇ ਦਾ ਵੀ ਕੋਈ ਵਿਚਾਰ ਆ ਰਿਹਾ ਹੋਵੇ, ਤੇ ਵਾਹਿਗੁਰੂ ਜੀ ਪਲੀਜ਼, ਇਹ ਮਾਲਕ ਦੇ ਵੱਲੋਂ ਹੀ ਗੁਰਮੁਖਾਂ ਦੀ ਡਿਊਟੀ ਲਗਾਈ ਹੋਈ ਹੈ ਕਿ ਆਪਾਂ ਸਾਰਿਆਂ ਨੇ ਪਰਿਵਾਰ ਰੂਪ ਦੇ ਵਿੱਚ ਇਕੱਠੇ ਹੋ ਕੇ ਚੱਲਣਾ ਹੈ। ਤੇ ਵਾਹਿਗੁਰੂ ਜੀ ਅਗਰ ਜਿੰਨਾ ਟਾਈਮ ਗੁਰਮੁਖਾਂ ਦਾ ਕੋਈ ਕੁਐਸਚਨ ਨਹੀਂ ਆਉਂਦਾ, ਵੀ ਸਾਡੀ ਬੇਨਤੀ ਆਪ ਜੀ ਦੇ ਅੱਗੇ ਕਿ ਜਿਵੇਂ ਹੁਣ ਇਸ ਰਸਤੇ ਤੇ ਕਾਲ ਕਿਵੇਂ ਸ਼ਰਾਰਤ ਕਰਦਾ, ਕਿਉਂਕਿ ਜੋ ਪੁਆਇੰਟ ਤੁਸੀਂ ਕਲੀਅਰ ਕਰਕੇ ਹਟਿਓ ਉੱਥੇ ਕਾਲ ਵੀ ਸ਼ਰਾਰਤ ਕਰੂਗਾ, ਕਿਉਂਕਿ ਉਹਨੂੰ ਸਾਡੀਆਂ ਕਮਜ਼ੋਰੀਆਂ ਦਾ ਪਤਾ ਵਾਹਿਗੁਰੂ। ਤੇ ਇਹ ਥੋੜਾ ਜਿਹਾ ਤੁਸੀਂ ਸਾਨੂੰ ਐਕਸਪਲੇਨ ਕਰੋ, ਕਿਉਂਕਿ ਵੀ ਫਿਰ ਅਸੀਂ ਸਤਰਕ ਰਹੀਏ ਤੇ ਸਾਡਾ ਮਾਲਕ ਤੇ ਗੁਰਮੁਖਾਂ ਤੇ ਅੱਗੇ ਹਨਾ ਉਹ ਸਾਰਾ ਵਿਸ਼ਵਾਸ ਬਣਦਾ ਜਾਵੇ ਵਾਹਿਗੁਰੂ। ਇਹ ਥੋੜਾ ਜਿਹਾ ਆਪ ਜੀ ਕਲੀਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ, ਜਿਨ ਗੁਰਮੁਖਾਂ ਨੂੰ ਨਾਮ ਦੀ ਕਿਰਪਾ ਹੋ ਗਈ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਮੇਂ ਪਿਆਰ ਦੇ ਰਾਹੀਂ, ਜ਼ੋਰ ਨਾਲ ਨਹੀਂ, ਜ਼ਿਆਦਾ ਤੋਂ ਜ਼ਿਆਦਾ ਸਮੇਂ ਪਿਆਰ ਦੇ ਰਾਹੀਂ ਸ਼ੁਰੂ ਦੇ ਵਿੱਚ ਸਹਿਜ ਸਿਮਰਨ ਕਰਦੇ ਹੋਇਆ, ਜੋ ਆਪਾਂ ਨੇ ਕੁੰਭ ਕਿਰਿਆ ਬਤਾਈ ਹੈ, ਉਹਦੇ ਰਾਹੀਂ ਸਹਿਜ ਦੇ ਵਿੱਚ ਜਾ ਕੇ ਜ਼ਿਆਦਾ ਤੋਂ ਜ਼ਿਆਦਾ ਨਾਮ ਸੁਣਨਾ ਹੈ। ਆਪ ਅਕਾਲ ਪੁਰਖ परमात्मा आप कृपा करेंगे। ठीक है जी, कोई भय नहीं लगना, कोई काल ਦੀ ਸ਼ਰਾਰਤ ਨਹੀਂ ਹੋਣੀ। वो ਅਕਾਲ ਪੁਰਖ परमात्मा ने आप ਸੁਰਤੀਆਂ ਨੂੰ ਜਨਾ ਦੇਣਾ ਹੈ, ਭਰੋਸੇ ਦੇ ਨਾਲ ਨਾਮ ਨੂੰ ਸੁਣਨਾ ਹੈ। ठीक है जी, अंदर ਦਾ ਸੁਖਮ ਖਜ਼ਾਨਾ ਅਕਾਲ ਪੁਰਖ परमात्मा खोलेंगे। आप खुद, जब तक आप जी ਦਾ खुद ਦਾ ਨਿੱਜੀ ਪ੍ਰੈਕਟੀਕਲ नहीं ਹੁੰਦਾ, तब तक किसी ਦੇ बताने ਦੇ साथ इतना ज्यादा क्लियर नहीं हो पाता। आप भरोसे ਦੇ साथ, ਫਿਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਭਰੋਸੇ ਦੇ ਸਾਥ ਜੋ ਆਵਾਜ਼ ਕੰਨਾਂ ਦੇ ਵਿੱਚ ਆਉਂਦੀ ਹੈ, ਉਹ ਪਿਆਰ ਦੇ ਸਾਥ ਸਤਿਕਾਰਯੋਗ ਹੋ ਕੇ, ਬਹੁਤ ਹੀ ਸਤਿਕਾਰਯੋਗ ਹੋ ਕੇ ਉਹਨੂੰ ਸੁਣਨਾ ਹੈ। ਅਕਾਲ ਪੁਰਖ ਪ੍ਰਮਾਤਮਾ ਨੇ ਕਿਰਪਾ ਕਰਨੀ ਹੈ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਬਹੁਤ ਧੰਨਵਾਦ ਗੁਰਮੁਖ ਪਿਆਰਿਓ। ਗੁਰਮੁਖ ਪਿਆਰਿਓ, ਅਗਰ ਕਿਸੇ ਦਾ ਕੋਈ ਕੁਐਸਚਨ ਨਹੀਂ ਹੈਗਾ ਤੇ ਵਾਹਿਗੁਰੂ ਜੀ ਫਿਰ ਅਸੀਂ ਗੁਰਮੁਖਾਂ ਨੂੰ ਬੇਨਤੀ ਕਰਦੇ ਹਾਂ ਵੀ ਵਾਹਿਗੁਰੂ ਫਿਰ ਅਸੀਂ ਸਮਾਗਮ ਨੂੰ ਇੱਥੇ ਹੀ ਰੋਕਦੇ ਹਾਂ, ਹਨਾ ਵਾਹਿਗੁਰੂ ਜੀ। ਫਿਰ ਅਗਰ ਗੁਰਮੁਖਾਂ ਦਾ ਹੈ ਕੋਈ ਕੁਐਸਚਨ ਵਾਹਿਗੁਰੂ ਜੀ ਤੁਸੀਂ ਕਲੀਅਰ ਕਰਨਾ ਚਾਹੁੰਦੇ ਹੋ, ਤੇ ਬਾਰ-ਬਾਰ ਸਾਡੀ ਬੇਨਤੀ ਆ ਵਾਹਿਗੁਰੂ ਜੀ, ਆਪਦੀ ਕਾਲ ਨੂੰ ਅਨਮਿਊਟ ਕਰਕੇ ਕੁਐਸਚਨ ਕਰ ਸਕਦੇ ਹੋ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਾਰੀ ਹੀ ਸੰਗਤ ਨੂੰ ਇੱਕ ਬੇਨਤੀ ਹੈ ਗੁਰਮੁਖੋ, ਕਿ ਭਰੋਸਾ ਕਰਕੇ ਚੱਲਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ, ਉਸ ਇੱਕ ਅਕਾਲ ਪੁਰਖ ਪ੍ਰਮਾਤਮਾ ਤੋਂ, ਨਿਰਾਕਾਰ ਤੋਂ। ਠੀਕ ਹੈ ਜੀ। ਔਰ ਜਿਸ ਸਾਧ ਸੰਗਤ ਦੇ ਵਿੱਚ ਆਪਾਂ ਬਹਿ ਗਏ, ਜਿਹਦੇ ਵਿੱਚ ਲਾ ਕੇ ਅਕਾਲ ਪੁਰਖ ਪ੍ਰਮਾਤਮਾ ਨੇ ਆਪਾਂ ਨੂੰ ਬਿਠਾ ਦਿਆ, ਉਹ ਕੋਈ ਕਾਲ ਦੀ ਸੰਗਤ ਨਹੀਂ ਹੈਗੀ, ਕੋਈ ਉਹ ਕਾਲ ਦੇ ਸੰਤ ਨਹੀਂ ਹੈਗੇ। वो अकाल पुरख परमात्मा ਦੇ ਹੁਕਮ ਦੇ ਵਿੱਚ ਜੋ ਚੱਲ ਰਹੇ ਹੈ, ਉਹਨਾਂ ਦੇ ਰਾਹੀਂ ਜੋ ਮਾਲਿਕ ਖਜ਼ਾਨਾ ਵਰਤਾ ਰਹੇ ਹੈ, ਉਹ ਸੰਗਤ ਹੈ। ਸੰਗਤ ਤੋਂ ਭਾਵ ਹੈ, ਗੁਰਬਾਣੀ ਗੁਰੂ ਸਾਨੂੰ ਸੋਝੀ ਦਿੰਦੇ ਹੈ, ਸਾਧ ਸੰਗਤ ਐਸੀ ਜਾਣੀ ਹੈ ਜਿੱਥੇ ਏਕੋ ਨਾਮ ਖਾਣੀ ਹੈ। ਠੀਕ ਹੈ। ਬਿਨ ਭਾਗਾ ਸਤ ਸੰਗ ਨਾ ਲੱਭੈ, ਹੈ ਨਾ, ਕਿ ਸਾਨੂੰ ਜੋ ਸੰਗਤ ਮਿਲੀ ਹੋਈ ਹੈ, ਉਹ ਸੰਗਤ ਮਿਲੀ ਹੋਈ ਹੈ ਜਿਹਦੇ ਵਿੱਚ ਇੱਕ ਨਿਰਾਕਾਰ, ਜੋ ਲਿਖਣ ਪੜਨ ਦੇ ਵਿੱਚ ਨਾਮ ਨਹੀਂ ਆਉਂਦਾ, ਨਿਰਅੰਜਨ,
ਉਸ ਨਾਮ ਦੀ ਵਡਿਆਈ, ਉਸ ਅਕਾਲ ਪੁਰਖ ਪ੍ਰਮਾਤਮਾ ਦੀ ਵਡਿਆਈ ਤੋਂ ਇਲਾਵਾ ਦੂਜੀ ਗੱਲ ਦ੍ਰਿਸ਼ਟਮਾਨ ਤ੍ਰੈ ਗੁਣਾ ਦੀ ਇੱਕ ਵੀ ਗੱਲ ਨਹੀਂ ਕਰੀ ਜਾਂਦੀ। ਉਦਾਹਰਣ ਦਿਏ ਜਾਂਦੇ ਹੈ ਬੇਸਿਕ ਤਰੀਕੇ ਤੇ ਸਮਝਾਉਣ ਦੇ ਲਈ, ਕਿਉਂਕਿ ਗੁਰਬਾਣੀ ਗੁਰੂ ਬਹੁਤ ਵਿਵੇਕ ਬੁੱਧੀ ਦੇ ਵਿੱਚ ਆਉਂਦੀ ਹੈ ਨਾ, ਔਰ ਭਾਸ਼ਾਵਾਂ ਵੀ ਬਹੁਤ ਹੈ ਉਹਦੇ ਵਿੱਚ, ਤੇ ਇਸ ਕਰਕੇ ਆਪਣੀ ਲੈਂਗੁਏਜ ਦੇ ਵਿੱਚ ਕਨਵਰਟ ਕਰਕੇ ਕੋਸ਼ਿਸ਼ ਕਰੀ ਜਾਂਦੀ ਹੈ ਕਿ ਉਹ ਸਾਰਿਆਂ ਨੂੰ ਹੀ ਸੋਝੀ ਹੋ ਜਾਵੇ, ਕਿਉਂਕਿ ਕੁਝ ਗੁਰਮੁਖ ਬਹੁਤ ਬਜ਼ੁਰਗ ਹੈ, ਕੁछ पढ़े हैं, कुछ नहीं पढ़े, कुछ ज्यादा पढ़े लिखे हैं, मतलब सब ਦੇ ਅਕੋਰਡਿੰਗ ਹੀ ਅਕਾਲ ਪੁਰਖ ਪ੍ਰਮਾਤਮਾ ਸਭ ਦੀ ਸੁਰਤੀਆਂ ਨੂੰ ਕੈਚ ਰੱਖਦੇ ਹੋਇਆ ਵਿਚਾਰ ਸਾਂਝੀ ਹੁੰਦੀ ਹੈ ਆ। ਤੇ ਜਦ ਆਪਾਂ ਸਾਧ ਸੰਗਤ ਦੇ ਵਿੱਚ ਆ ਗਏ, ਬਸ ਪੂਰਨ 100% ਭਰੋਸਾ ਰੱਖਣਾ ਹੈ, ਜੋ ਦਾਤਾਂ ਸਾਨੂੰ ਦੀਆਂ ਜਾ ਰਹੀਆਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵੱਲੋਂ, ਉਹਨਾਂ ਦੀ ਸੰਭਾਲ ਵੀ ਉਹਨਾਂ ਤੋਂ ਮੰਗਣੀ ਹੈ। ਬਾਕੀ ਅਕਾਲ ਪੁਰਖ ਪ੍ਰਮਾਤਮਾ ਸਾਰਿਆਂ ਦੀ ਹੀ ਚੜ੍ਹਦੀ ਕਲਾ ਕਰੇਂਗੇ ਗੁਰਮੁਖੋ, ਬਸ ਭਰੋਸਾ ਨਹੀਂ ਤੋੜਨਾ, ਭਰੋਸਾ ਪੂਰਾ ਬਣਾ ਕੇ ਰੱਖਣਾ ਹੈ। ਇਹ ਬਿਲਕੁਲ ਨਿੱਜੀ ਪ੍ਰੈਕਟੀਕਲ ਦੇ ਵਿੱਚ ਉਤਰਨਾ ਹੈ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਗਰ ਕਿਸੇ ਦਾ ਵਿਚਾਰ ਹੋ ਤਾਂ ਕਲੀਅਰ ਕਰ ਸਕਦੇ, ਬਾਕੀ ਆਪਾਂ ਫਤਿਹ ਸਾਂਝੀ ਕਰਦੇ ਹਾਂ ਫਿਰ, ਠੀਕ ਹੈ ਜੀ। ਹਾਂਜੀ 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 ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ, ਮੈਂ ਵੈਸੇ ਤਾਂ ਕਾਫੀ ਸਾਲ ਪਹਿਲਾਂ ਤਰਮਾਲਾ ਸਾਹਿਬ ਨਾਲ ਸੰਗਤ ਕਰਦੇ ਹੁੰਦੇ ਸੀ, ਤੇ ਅਸੀਂ ਸਿਮਰਨ ਕਰਦੇ ਹੁੰਦੇ ਸੀ। ਉਸ ਟਾਈਮ ਮਤਲਬ ਇਸ ਤਰ੍ਹਾਂ ਹੁੰਦਾ ਸੀ ਜਿੱਦਾਂ ਨਾ, ਜਦੋਂ ਹਾਂਜੀ ਸਿਮਰਨ ਵਾਹਿਗੁਰੂ ਜੀ, ਆਵਾਜ਼ ਨਹੀਂ ਆਪਕੀ ਕਲੀਅਰ ਆ ਰਹੀ ਜੀ। ਹਾਂਜੀ ਹਾਂਜੀ, ਜਦ ਸਿਮਰਨ ਤੇ ਬੈਠਦੇ ਆ ਜੀ, ਦੇਹ ਨਾ ਬਹੁਤ ਵੱਡੀ ਹੋ ਜਾਂਦੀ ਆ, ਫੁੱਲ ਜਾਂਦੀ ਆ ਦੇਹ, ਉੱਚੀ ਬਹੁਤ ਲੱਗਦੀ ਆ। ਔਰ ਫਿਰ ਉਸ ਤੋਂ ਬਾਅਦ ਆਵਾਜ਼ ਨਹੀਂ ਕਲੀਅਰ ਸੁਣ ਰਹੀ। ਅੱਛਾ ਚੱਲ ਕਮਰੇ ਚ ਨਹੀਂ ਸਹੀ ਜਾਂ ਸਹੀ ਉਧਰ ਆਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, सॉरी वाहिगुरु, ਵਾਹਿਗੁਰੂ ਜੀ ਕੀ आप जी की ਫਤਿਹ। आवाज शायद कट रही है, रेंज प्रॉब्लम है। ਅੱਛਾ ਹਾਂ ਇਹ ਸਹੀ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਉਹਨਾਂ ਦਾ ਕੁਐਸਚਨ ਜੋ ਸੀਗਾ, ਉਹ ਕਹਿ ਰਹੇ ਸੀਗੇ ਵੀ ਜਦੋਂ ਅਸੀਂ ਸਿਮਰਨ ਕਰਦੇ ਹਾਂ ਤੇ ਸਾਡੀ ਜਿਹੜੀ ਦੇਹ ਆ ਉਹ ਬਹੁਤ ਵੱਡੀ ਹੋ ਜਾਂਦੀ ਆ, ਸਾਨੂੰ ਇਸ ਤਰ੍ਹਾਂ ਫੀਲ ਹੁੰਦਾ ਵੀ ਜਿਵੇਂ ਅਸੀਂ ਉੱਪਰ ਨੂੰ ਚਲੇ ਗਏ, ਸਾਡੀ ਦੇਹ ਬਹੁਤ ਵੱਡੀ ਹੋ ਫੀਲ हाँ ਹੁੰਦੀ जी, ਹੈ। वाहिगुरु जी का खालसा। हाँ जी सर, आवाज ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਵਾਜ਼ ਨਹੀਂ ਆ ਰਹੀ? ਵਾਹਿਗੁਰੂ ਜੀ। ਬੀਬੀ ਮਾਨ ਕੌਰ ਜੀ ਦਾ ਨੂੰ ਕੱਲਿਆਂ ਨੂੰ ਨਹੀਂ ਜਾ ਰਹੀ ਜੀ ਆਵਾਜ਼, ਉਹਨਾਂ ਦੇ ਫੋਨ ਨੂੰ ਪ੍ਰੋਬਲਮ ਆ ਕੋਈ। ਹਾਂਜੀ ਵਾਹਿਗੁਰੂ ਜੀ, ਤੁਸੀਂ ਰੇਂਜ 'ਚ ਹੋ ਜਾਓ ਵਾਹਿਗੁਰੂ, ਥੋੜਾ ਬਾਕੀਆਂ ਨੂੰ ਤਾਂ ਆਵਾਜ਼ ਸੁਣ ਰਹੀ ਵਾਹਿਗੁਰੂ ਜੀ। जी। ਹਾਂਜੀ ਵਾਹਿਗੁਰੂ ਜੀ, ਹੁਣ ਆਵਾਜ਼ ਆ ਰਹੀ ਹੈ ਜੀ? हाँ जी, आप जी की आवाज तो क्लियर आ रही है, उन्होंने आवाज नहीं मैंने सुन रही। ਹਾਂਜੀ ਵਾਹਿਗੁਰੂ। ਹਾਂਜੀ ਵਾਹਿਗੁਰੂ, ਕਰੋ ਕੁਐਸਚਨ। ਹੁਣ ਤੁਹਾਡੀ ਆਵਾਜ਼ ਪਹਿਲਾਂ ਨਾਲੋਂ ਵਾਹਿਗੁਰੂ ਕਲੀਅਰ ਆ। ਬੀਬੀ ਹਰਜੀਤ ਕੌਰ ਜੀ, ਤੁਸੀਂ ਕੁਐਸਚਨ ਕਰੋ ਵਾਹਿਗੁਰੂ। ਹਾਂਜੀ ਹਾਂਜੀ ਜੀ, ਮੈਂ ਸੁਰਿੰਦਰ ਕੌਰ ਬੋਲਦੀ ਹਾਂ, ਨੰਬਰ ਹਰਜੀਤ ਕੌਰ ਦਾ। ਤੇ ਆਪਣੇ ਮੇਰੇ ਦੇਹ ਫੁੱਲ ਜਾਂਦੀ ਆ, ਤੇ ਮੈਨੂੰ ਆਪਣੇ ਜਦੋਂ ਮੈਂ ਬਾਣੀ ਵੀ ਪੜ੍ਹਦੀ ਹਾਂ ਜਾਂ ਸਿਮਰਨ ਕਰਦੀ ਹਾਂ, ਮੇਰੇ ਆਪਣੇ ਬੁੱਲ ਵੀ, ਮੇਰੇ ਨੱਕ ਸਭ ਮੈਨੂੰ ਏਦਾਂ ਮਤਲਬ ਮੇਰੇ ਅੱਖਾਂ ਦੇ ਅੱਗੇ ਆਉਂਦੇ ਆ, ਮੇਰਾ ਮਤਲਬ ਫੇਸ ਮੈਨੂੰ ਨਜ਼ਰ ਆਉਂਦਾ ਖਿਲਦਾ, ਜਿੱਦਾਂ ਮੇਰੇ ਬੁੱਲ ਵੀ ਜੋ ਬੋਲਦੇ ਆ ਜਾਂ ਮੇਰੀ ਰਸਨਾ ਜੀ ਬੋਲ, ਓਦਾਂ ਹੀ ਮੈਨੂੰ ਦਿਖਦਾ ਹੈਗਾ। ਔਰ ਅੱਖਾਂ ਦੇ ਅੱਗੇ ਸਿਮਰਨ ਦੇ ਸਮੇਂ ਜਿੱਦਾਂ ਕੋਈ ਪੱਤੇ ਹਰਿਆਈ ਮੈਨੂੰ ਮਤਲਬ ਏਦਾਂ ਨਿਕਲਦੀ ਆ ਬਾਹਰ ਨੂੰ, ਕੁਛ ਏਦਾਂ ਜਿੱਦਾਂ ਫੁੱਲ ਖਿਲਦੇ ਹੁੰਦੇ ਆ, ਕੁਛ ਨਾ ਕੁਛ ਮੈਨੂੰ ਇਸ ਤਰ੍ਹਾਂ ਹੁੰਦਾ। ਔਰ ਹੁੰਦਾ ਥੋੜੇ ਟਾਈਮ ਲਈ ਆ, ਉਸ ਤੋਂ ਬਾਅਦ ਫਿਰ ਫੁਰਨਾ ਮੈਨੂੰ ਮਹਿਸੂਸ ਹੋਣ ਲੱਗ ਜਾਂਦਾ। हाँ जी, वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ तो वाहिगुरु जो अपना फेस दिखाई देता है या फिर मन उस टाइम पारदर्शी हो जाता है, वो तो ठीक है चलो, लेकिन जो बाकी दी चीजें दिखाई देनियां है, वो एक काल दी शरारत हैगी, वो नहीं देखनी। अपनी ही धुन दे विच ध्यान रखते हुए सिमरन करना है, ठीक है। उस तो बाद जब नाम की कृपा हो जानी है, अगर आप जी नूं नाम की कृपा होई हुई है ते नाम नूं सुनना है, अगर हुणे नाम की कृपा नहीं हुई हुई ते धुन दे विच ध्यान रखते हुए सिमरन करना है। ਠੀਕ। ਤੇ ਫਿਰ ਅੱਗੇ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੋਊਗੀ, ਠੀਕ ਹੈ ਜੀ। ਹਾਂਜੀ वो जो फूल पत्तियां वगैरह दिखाई देनी है, वो काल दी शरारत हैगी, वो नहीं देखना, ठीक है। ਠੀਕ ਹੈ। ठीक है, वाहिगुरु जी का खालसा, वाहिगुरु जी की फतेह जी।
ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਹੁਣ ਅਗਰ ਕਿਸੇ ਹੋਰ ਗੁਰਮੁਖਾਂ ਦੇ ਨਹੀਂ ਕੁਐਸਚਨ ਹੈਗੇ ਵਾਹਿਗੁਰੂ ਜੀ, ਫਿਰ ਆਪਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਚ ਰਹਿੰਦਿਆਂ ਹੋਇਆ ਆਪਣੀ ਕਥਾ ਵਿਚਾਰ, ਗੁਰਮਤਿ ਕਥਾ ਵਿਚਾਰ ਦਾ ਜੋ ਸਮਾਂ ਹੈ ਉਹ ਇੱਥੇ ਹੀ ਸਮਾਪਤ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਤੇ ਕਿਰਪਾ ਕਰਨ। ਜੋ ਵੀ ਮਾਲਕ ਦੇ ਵੱਲੋਂ ਸਾਨੂੰ ਸਾਰਿਆਂ ਨੂੰ ਸੋਝੀ ਦਿੱਤੀ ਜਾ ਰਹੀ ਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦੇ ਆਧਾਰ ਤੇ ਸਾਰੀਆਂ ਹੀ ਸੁਰਤੀਆਂ ਉਸ ਸੋਝੀ ਨੂੰ ਲੈਣ ਦੇ ਲਈ ਯੋਗ ਬਣ ਜਾਣ, ਉਸ ਗਿਆਨ ਨੂੰ, ਅਕਥ ਦੇ ਗਿਆਨ ਨੂੰ ਕਮਾਉਣ ਦੇ ਯੋਗ ਹੋ ਜਾਣ। ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਆਪਾਂ ਇਹੀ ਬੇਨਤੀ ਕਰਨੀ ਆ ਵੀ ਸੱਚੇ ਪਾਤਸ਼ਾਹ, ਸਾਡਾ ਬਹੁਤ ਜ਼ਿਆਦਾ ਟਾਈਮ ਤੋਂ ਵਿਛੋੜਾ ਪਿਆ ਹੋਇਆ, ਕਿਰਪਾ ਕਰੋ ਕਿ ਹੁਣ ਇਹ ਸਾਡੀ ਜੋ ਵਾਰੀ ਹੈ ਉਹ ਸਫਲੀ ਹੋ ਜਾਏ, ਅਸੀਂ ਮਾਲਕ ਦੇ ਨਾਲ ਮਿਲਾਪ ਕਰ ਲਈਏ, ਅਸੀਂ ਆਪਦੇ ਘਰੇ ਪ੍ਰਵਾਨ ਹੋ ਜਾਈਏ। ਇੰਨੀਆਂ ਕੁ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਗੁਰਮੁਖਾਂ ਦੇ ਪਾਸੋਂ, ਸਾਡੇ ਪਾਸੋਂ ਅਗਰ ਆਪ ਜੀ ਦੀ ਸੰਗਤ ਦੀ ਸੇਵਾ ਕਰਦੇ ਆ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ, ਆਪ ਸੰਗਤ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਬਖਸ਼ਣ ਯੋਗ ਬਖਸ਼ ਲੈਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।